सतनाम श्री वाहिगुरु साहिब जी। श्री नानक अंगद गुरु अमरदास पदबंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। मरदाने सौ गिरा अलाई कियो याद पगनी मुझताई। चल सुल्तानपुरे सुध लीजा बेबे जी की खुशी करी जा। मरदाने सौ गिरा अलाई। वाहिगुरु जी का खालसा वाहिगुरु जी की फतेह। पतित पावन भगत वत्सल गुरु गरीब नवाज धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप गुरु की संगतां ने गुरु चरणों में संध्या के समय तो हाजरियां भर के बेअंत संगतां ने सो दर रह रास है बाणी दे जाप सरवण करके गुरु चरणों च नतमस्तक हो करके लाहा प्राप्त किया है। सच्चे पातशाह जी दे महान पावन पवित्र दरबार सज रहे हैं। गुरु साहब जी की तुरकी बाणी तो उपरंत गुरु नानक साहब जी की पावन पवित्र कथा लड़ीवार रूप विच संगतां की सेवा विच भेंट की जाती है। हुण उस कथा का समा होया है। जिस तरह गुरु नानक साहब जी
ਲਾਹੌਰ ਸ਼ਹਿਰ ਵਿੱਚ ਆ ਗਏ ਤੇ ਲਾਹੌਰ ਸ਼ਹਿਰ ਤੋਂ ਬਾਹਰ ਹੀ ਇੱਕ ਸੋਹਣਾ ਜਿਹਾ ਥਾਂ ਵੇਖ ਕੇ ਉੱਥੇ ਸਤਿਗੁਰੂ ਜੀ ਬਿਰਾਜਮਾਨ ਹੋ ਕੇ ਬੈਠ ਗਏ। ਇੱਥੇ ਲਾਹੌਰ ਸ਼ਹਿਰ ਵਿੱਚ ਇੱਕ ਦੁਨੀ ਚੰਦ ਬਾਣੀਆ ਰਹਿੰਦਾ ਸੀ, ਜਿਸ ਦਾ ਬਹੁਤ ਨਾਮ ਵੀ ਸੀ, ਤੇ ਇਹ ਆਪਣੇ ਪਿਓ ਦੇ ਨਿਮਿਤ ਸ਼ਰਾਧ ਬੜਾ ਤਕੜਾ ਜਿਹੜਾ ਕਰਾ ਰਿਹਾ ਸੀ। ਇਸ ਦੁਨੀ ਚੰਦ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਪਵਿੱਤਰ ਮਹਿਮਾ ਪਹਿਲਾਂ ਹੀ ਬਹੁਤ ਲੋਕਾਂ ਤੋਂ ਸੁਣੀ ਹੋਈ ਸੀ। ਜਦੋਂ ਇਹਨੂੰ ਪਤਾ ਲੱਗਾ ਇਹ ਗੁਰੂ ਸਾਹਿਬ ਜੀ ਨੂੰ ਆਪ ਹੀ ਲੈਣ ਆ ਗਿਆ ਹੈ, ਬੇਨਤੀ ਕਰਕੇ ਕਹਿਣ ਲੱਗਾ ਵੀ ਮਹਾਰਾਜ ਮੇਰੇ ਘਰ ਵਿੱਚ ਆਪ ਚੱਲੋ ਤੇ ਚਰਨ ਪਾ ਕੇ ਪਵਿੱਤਰ ਕਰੋ। ਇਹਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਦੇ ਨਾਲ ਹੀ ਆ ਗਏ ਹੈ। ਇੱਧਰ ਸਾਰੀ ਤਿਆਰੀ ਉਹ ਭੋਜਨ ਦੀ, ਖੀਰ ਕੜਾਹ ਆਦਿਕ ਬਣਵਾ ਰਿਹਾ ਸੀ। ਪਿਓ ਦੀ ਬਰਸ਼ੀ ਮਨਾ ਰਿਹਾ ਸੀ। ਵਰੇ ਦਾ ਦਿਨ ਸਾਲ ਬਾਅਦ ਜੋ ਆਉਂਦਾ ਹੈ ਸ਼ਰਾਧਾਂ ਵਿੱਚ, ਤੇ ਇਹਨੇ ਸਾਰੇ ਲਾਹੌਰ ਦੇ ਬ੍ਰਾਹਮਣ ਹੋਰ ਵੀ ਲੋਕ ਬੁਲਾਏ, ਚੰਗਾ ਤਕੜਾ ਹੀ ਜਿਹੜਾ ਲੰਗਰ ਕੀਤਾ। ਸਭ ਨੂੰ ਛਕਵਾ ਕੇ ਫਿਰ ਗੁਰੂ ਸਾਹਿਬ ਜੀ ਪਾਸ ਆ ਗਿਆ। ਮਹਾਰਾਜ ਕਹਿਣ ਲੱਗੇ ਵੀ ਦੁਨੀ ਚੰਦ, ਆ ਜੋ ਤੂੰ ਲੰਗਰ ਇੰਨਾ ਤਕੜਾ ਕੀਤਾ, ਇਹ ਕਿਸ ਸੰਬੰਧ ਵਿੱਚ ਕੀਤਾ ਹੈ, ਕੀ ਕਾਰਨ ਹੈ, ਇਹ ਸਾਰਾ ਸਾਨੂੰ ਖੋਲ੍ਹ ਕੇ ਦੱਸ। ਕਹਿਣ ਲੱਗਾ ਮਹਾਰਾਜ ਅੱਜ ਮੇਰੇ ਪਿਤਾ ਦੀ ਬਰਸ਼ੀ ਹੈ, ਭਾਵ ਇਸੇ ਦਿਨ ਹੀ ਉਹ ਚੜ੍ਹਾਈ ਕੀਤੇ ਸੀ, ਪਰ ਲੋਕ ਗਏ ਸਨ, ਉਹਨਾਂ ਵਾਸਤੇ ਮੈਂ ਭੋਜਨ ਜਿਹੜਾ ਕੀਤਾ ਹੋਇਆ ਹੈ, ਤਾਂ ਜੋ ਮੇਰੇ ਜਿਹੜੇ ਵੱਡ ਵਡੇਰੇ ਹੈ, ਮੇਰੇ ਪਿਤਾ ਹੋਣੀ, ਉਹ ਵੀ ਖਾ ਕੇ ਰੱਜ ਜਾਣ। ਕਿਉਂਕਿ ਬ੍ਰਾਹਮਣਾਂ ਦਾ ਕਹਿਣਾ ਹੈ ਕਿ ਜਿਹੜੇ ਪਿੱਤਰ ਹੈ ਉਹਨਾਂ ਨੂੰ ਭੋਜਨ ਤਾਂ ਪਹੁੰਚਦਾ ਹੈ ਜੇ ਬ੍ਰਾਹਮਣਾਂ ਨੂੰ ਛਕਾਇਆ ਜਾਵੇ ਸ਼ਰਾਧਾਂ ਦੇ ਦਿਨਾਂ ਵਿੱਚ। ਤੇ ਇਹ ਕਿਰਿਆ ਕਰਕੇ ਮੈਂ ਛਕਾਇਆ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੋ ਤੂੰ ਛਕਾਇਆ ਭੋਜਨ ਤੇਰੇ ਕੀ ਪਿਤਾ ਨੂੰ ਪਹੁੰਚ ਗਿਆ ਹੈ? ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਤੇ ਤੁਸੀਂ ਜਾਣਦੇ ਹੋ ਵੀ ਪਹੁੰਚਿਆ ਕਿ ਨਹੀਂ ਪਹੁੰਚਿਆ, ਮੈਂ ਤੇ ਇਹਨਾਂ ਨੂੰ ਛਕਾ ਦਿੱਤਾ ਤੇ ਉਹ ਤੁਸੀਂ ਜਾਣਦੇ ਹੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਫਿਰ ਸੁਣ ਦੁਨੀ ਚੰਦ, ਤੇਰਾ ਜਿਹੜਾ ਪਿਓ ਹੈ ਨਾ, ਉਹਦੇ 3 ਦਿਨਾਂ ਦਾ ਭੁੱਖਾ ਹੈ ਹੁਣ ਵੀ। ਇੱਥੋਂ 5 ਕੋਹ ਦੀ ਵਿੱਥ ਤੇ ਇੱਕ ਝਾੜ ਹੈ, ਝਾੜ ਵਿੱਚ ਬੈਠਾ ਹੋਇਆ ਦੁਖੀ ਬੈਠਾ ਹੈ, ਉਹ ਭੁੱਖ ਨਾਲ ਮਰ ਰਿਹਾ ਹੈ, ਤੇ ਉਸ ਨੂੰ ਕੋਈ ਨਹੀਂ ਭੋਜਨ ਪਹੁੰਚਿਆ ਹੈ। ਇਹ ਕਹਿਣ ਲੱਗਾ ਮਹਾਰਾਜ ਉਹ ਕਿਸ ਸਰੀਰ ਵਿੱਚ ਹੈ ਮੇਰੇ ਪਿਤਾ ਹੁਣ? ਮਹਾਰਾਜ ਕਹਿਣ ਲੱਗੇ ਵੀ ਝਾੜ ਵਿੱਚ ਉਹ ਬਘਿਆੜ ਬਣੀ ਬੈਠਾ ਹੈ, 3 ਦਿਨਾਂ ਦਾ ਭੁੱਖਾ ਹੈ। ਜਿੱਥੇ ਇਹਨੇ ਬ੍ਰਾਹਮਣ ਰਜਾਏ ਹੈ, ਹੁਣ ਤੂੰ ਉਹਦੇ ਵਾਸਤੇ ਭੋਜਨ ਲੈ ਜਾ ਤੇ ਉਸ ਨੂੰ ਵੀ ਖਵਾ ਕੇ ਆ। ਜਿਸ ਥਾਂ ਬੈਠਾ ਹੈ ਤੇ ਡਰਨਾ ਬਿਲਕੁਲ ਨਹੀਂ ਹੈ। ਜਦੋਂ ਹੀ ਤੇਰਾ ਦਰਸ਼ਨ ਕਰੇਗਾ ਤੇ ਉਸ ਮਨੁੱਖ ਦੇ ਸਰੀਰ ਵਿੱਚ ਆ ਜਾਏਗਾ। ਫਿਰ ਇਹ ਸੁਣ ਕੇ ਅਚਰਜ ਹੈਰਾਨ ਜਿਹਾ ਹੋਇਆ ਹੀ, ਤੇ ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਮੇਰਾ ਪਿਤਾ ਦੇ ਬਹੁਤ ਚੰਗੇ ਕੰਮ ਕਰਦਾ ਸੀ, ਇਹ ਤੇ ਇਹੋ ਜਿਹੇ ਮਾੜੇ ਕੰਮ ਵੱਲ ਜਾਂਦਾ ਨਹੀਂ ਸੀ ਉਹ, ਤੇ ਉਹ ਕਿਵੇਂ ਸਰੀਰ ਉਹਨੇ ਇਹੋ ਜਿਹਾ ਪਾ ਲਿਆ ਹੈ? ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਤਾਂ ਤੇਰੇ ਪਿਤਾ ਹੀ ਦੱਸਣਗੇ। ਫਿਰ ਇਹਨੇ ਵੱਡਾ ਸਾਰਾ ਭਾਂਡਾ ਜਾਂ ਖੀਰ ਦਾ ਭਰ ਕੇ ਲੈ ਗਿਆ। ਦੂਰੋਂ ਹੀ ਦੇਖਿਆ ਝਾੜੀਆਂ ਵਿੱਚ ਬਘਿਆੜ, ਸਮਝ ਗਿਆ ਵੀ ਇਹ ਮੇਰੇ ਪਿਤਾ ਹੀ ਹੈ। ਮੈਨੇ ਮੱਥਾ ਟੇਕਿਆ, ਨਮਸਕਾਰ ਜੀ ਕੀਤੀ, ਦੂਰੋਂ, ਨੇੜੇ ਨਹੀਂ ਗਿਆ ਡਰਦਾ। ਉੱਧਰੋਂ ਬਘਿਆੜ ਦੀ ਨਿਗਾਹ ਇਹਦੇ ਵੱਲ ਪੈ ਗਈ ਹੈ। ਉਸੇ ਵੇਲੇ ਉਹ ਸੂਖਮ ਸਰੀਰ ਰੂਪ ਵਿੱਚ ਮਨੁੱਖ ਦਾ ਸਰੀਰ ਧਾਰਨ ਕਰ ਲਿਆ। ਫਿਰ ਇਹਨੇ ਖੀਰ ਜੀ ਅੱਗੇ ਰੱਖ ਕੇ ਹੱਥ ਜੋੜੇ ਤੇ ਕਹਿਣ ਲੱਗਾ ਪਿਤਾ ਜੀ ਵੀ ਇਹ ਕਿਵੇਂ? ਤੁਸੀਂ ਤਾਂ ਹਮੇਸ਼ਾ ਹੀ ਚੰਗੇ ਕੰਮ ਕਰਦੇ ਸੀ,
ਤੁਹਾਡਾ ਤੇ ਮਨ ਧਰਮ ਵਿੱਚ ਹੀ ਲੱਗਾ ਰਹਿੰਦਾ ਸੀ, ਇਹ ਸਰੀਰ ਕਿਵੇਂ ਤੁਸੀਂ ਪਾ ਲਿਆ? ਕਹਿਣ ਲੱਗਾ, ਪੁੱਤਰ ਦੁਨੀ ਚੰਦ ਸੋਹਣਾ, ਇਹ ਮੈਂ ਇਵੇਂ ਬਣਿਆ ਕਿ ਜਦੋਂ ਮੇਰੀ ਮੌਤ ਹੋਣ ਵਾਲੀ ਸੀ ਉਸ ਵੇਲੇ ਗੁਆਂਢ ਦੇ ਵਿੱਚ ਹੀ ਕੋਈ ਮੱਛੀ ਰਿੰਨ ਰਿਹਾ ਸੀ। ਉਸ ਵੇਲੇ ਜਦੋਂ ਤੜਕਾ ਜਿਹਾ ਲਾ ਰਿਹਾ, ਬੜੇ ਮਸਾਲੇ ਪਾਉਂਦਾ, ਪਾਣੀ ਜਿਹਾ ਪਾਉਂਦਾ ਸੀ, ਅਤੇ ਉਹ ਜਿਹੜੀ ਵਾਜਾ ਜਿਹਾ ਹੋਇਆ, ਮੇਰੇ ਕੰਨ ਵਿੱਚ ਆਵਾਜ਼ ਪਈ ਅਤੇ ਮੇਰਾ ਜਿਹੜਾ ਮਨ ਜਿਹਾ ਵੀ ਲਲਚਾ ਗਿਆ ਵੀ ਮਨਾ ਤੂੰ ਕਿਉਂ ਨਾ ਖਾਧੀ ਏ, ਤੂੰ ਵੀ ਖਾ ਕੇ ਵੇਖ ਲੈਂਦਾ ਕਿਤੇ। ਉਹ ਅਚਨਚੇਤ ਹੀ ਮੇਰੀ ਸੁਰਤ ਚਲੀ ਗਈ, ਉੱਧਰੋਂ ਮੇਰਾ ਸਰੀਰ ਛੁੱਟ ਗਿਆ, ਜਿਸ ਕਰਕੇ ਮੈਂ ਬਘਿਆੜ ਦੀ ਦੇਹ ਪਾਈ ਹੈ। ਹੁਣ ਪੁੱਤਰ ਤੇਰੇ ਘਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆਏ ਹੈ, ਤੂੰ ਉਹਨਾਂ ਦਾ ਦਰਸ਼ਨ ਕੀਤਾ ਹੈ, ਮੈਂ ਤੇਰਾ ਦਰਸ਼ਨ ਕੀਤਾ ਹੈ, ਜਿਸ ਕਰਕੇ ਮੇਰਾ ਭਲਾ ਹੋ ਗਿਆ ਹੈ। ਹੁਣ ਮੈਂ ਸਵਰਗਪੁਰੀ ਚਲਾ ਜਾਵਾਂਗਾ। ਜੋ ਗੁਰੂ ਨਾਨਕ ਸਾਹਿਬ ਆਏ ਉਹਨਾਂ ਦੀ ਤੂੰ ਸੇਵਾ ਸਿਮਰਨ ਕਰ ਲਾ, ਉਹਨਾਂ ਦੀ ਸੇਵਾ ਜੋ ਕਹਿੰਦੇ ਉਹ ਕਰ ਲਾ। ਜਿਵੇਂ ਮੇਰਾ ਉਧਾਰ ਹੋ ਗਿਆ ਤੇਰਾ ਵੀ ਉਧਾਰ ਹੋ ਜਾਏਗਾ। ਦੁਨੀ ਚੰਦ ਇਹ ਵੇਖ ਕੇ ਬੜਾ ਅਚਰਜ ਹੋਇਆ ਵੀ ਸਤਿਗੁਰੂ ਤੇ ਮਹਾਨ ਹੈ। ਇਸੇ ਤਰ੍ਹਾਂ ਹੀ ਜਿਹੜੇ ਕੋਈ ਆ ਖਾਣ ਪੀਣ ਵਾਲੇ ਆ ਮਾਸ, ਉਹ ਕਹਿੰਦੇ ਵੀ ਲੈ ਜੇ ਆ ਦੁਨੀ ਚੰਦ ਦਾ ਪਿਓ ਖਾ ਲੈਂਦਾ ਮੱਛੀ, ਤੇ ਕਾਹਨੂੰ ਸੁਰਤ ਜਾਂਦੀ ਉਹਦੀ ਇੱਧਰ। ਇਸ ਕਰਕੇ ਖਾ ਲੈਣਾ ਚਾਹੀਦਾ ਹੈ ਤਾਂ ਜੋ ਸੁਰਤ ਨਾ ਮਰਨ ਵੇਲੇ ਇੱਧਰ ਜਾਏ। ਪਰ ਸਾਧ ਸੰਗਤ ਜੀ, ਜਿਹੜਾ ਅਸੀਂ ਹੁਣ ਕਰਾਂਗੇ, ਜੋ ਅਸੀਂ ਕਰਦੇ ਰਹਾਂਗੇ, ਖਾਂਦੇ ਪੀਂਦੇ ਰਹਾਂਗੇ, ਉੱਧਰ ਸੁਰਤ ਤੇ ਜਾਊਗੀ ਜਾਊਗੀ, ਜੋ ਮਰਜ਼ੀ ਹੋ ਜਾਏ। ਹੁਣ ਆ ਜਿਹੜੇ ਕੋਈ ਫੀਮ ਦੇ ਡੋਡੇ ਖਾਂਦੇ ਆ, ਚਮਚੇ ਭਰ ਭਰ ਖਾਂਦੇ, ਭੁੱਕੀਆਂ ਆਦਿਕ ਦੇ, ਅਤੇ ਉਹਨਾਂ ਦੇ ਹੁਣ ਮਨ ਕਿੱਧਰ ਜਾਣੇ ਆ? ਇੱਧਰ ਹੀ ਜਾਣੇ ਆ। ਸਵੇਰੇ ਉਹ ਉੱਠ ਪੈਂਦੇ ਆ ਨਹਾਉਣ, ਭਾਵੇਂ ਨਹਾਉਣ, ਹੋਰ ਕੁਝ ਮਿਲੇ ਨਾ ਮਿਲੇ ਉਹਨਾਂ ਨੂੰ, ਪਰ ਜਿੰਨਾ ਚਿਰ ਇਹ ਨਾ ਮਿਲੇ ਉਹਨਾਂ ਨੂੰ ਚੈਨ ਨਹੀਂ ਹੁੰਦਾ, ਸਾਰੀ ਦਿਹਾੜੀ ਭਟਕਣਾ ਲੱਗੀ ਰਹਿੰਦੀ। ਅਤੇ ਹੁਣ ਜਦੋਂ ਇਹੋ ਜਿਹਾ ਵਾਸ਼ਨਾ ਹੋ ਗਈ ਅਤੇ ਉਹਨੂੰ ਚੇਤਾ ਕਾਹਦਾ ਆਉਣਾ? ਸੁਖਮਨੀ ਸਾਹਿਬ ਦਾ ਚੇਤਾ ਤਾਂ ਉਹਨੂੰ ਆਉਣਾ ਨਹੀਂ ਹੈ ਜਿੰਨਾ ਚਿਰ ਮਿਲ ਨਾ ਗਈ। ਇਹ ਤਾਂ ਜਿਹੋ ਜਿਹੇ ਅਸੀਂ ਕਰਮ ਕਰਾਂਗੇ, ਜਿਹੋ ਜਿਹੇ ਖਾਣ ਪੀਣ ਰੱਖਾਂਗੇ, ਉਹੋ ਜਿਹੇ ਸੁਭਾਅ ਹੋ ਜਾਂਦਾ। ਉਹਦੇ ਕਰਕੇ ਫਿਰ ਜਨਮ ਮਿਲਦਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਰੀ ਪ੍ਰਗਟਾਈ, ਕਿ ਮਨ ਦੀ ਵਾਸ਼ਨਾ ਜਿੱਥੇ ਲੱਗ ਗਈ, ਅੰਤ ਨੂੰ ਫਿਰ ਉਹੀ ਉਹ ਪ੍ਰਗਟ ਹੁੰਦਾ ਅਤੇ ਸਰੀਰ ਮਿਲ ਜਾਂਦਾ ਹੈ। ਤਾਂ ਇਹਦੇ ਭਗਤ ਜੀ ਕਹਿੰਦੇ ਹੈ ਕਿ ਜਿਹੜਾ ਕੋਈ ਮਾਇਆ ਨਾਲ ਬਹੁਤਾ ਪ੍ਰੇਮ ਪਿਆਰ ਜਾਂ ਕਰਦਾ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਵੀ ਅੰਤ ਸਮੇਂ ਜਿਹੜਾ ਕੋਈ ਪੈਸੇ ਨੂੰ ਸਿਮਰ ਲਵੇ ਵੀ ਮੈਂ ਪੈਸੇ ਬੜੇ ਕਮਾਏ ਹੈ, ਇਹ ਨਾ ਕੋਈ ਹੜੱਪ ਕੇ ਲੈ ਜਾਵੇ, ਕਿੱਥੇ ਜਾਣਗੇ, ਮੈਂ ਤਾਂ ਬੜੀ ਮਿਹਨਤ ਕੀਤੀ ਸੀ। ਫਿਰ ਸਰੀਰ ਉੱਧਰੋਂ ਛੁੱਟ ਜਾਏ ਅਤੇ ਮਹਾਰਾਜ ਕਹਿੰਦੇ ਵੀ ਸਰਪ ਜੋਨ ਵੱਲ ਵੱਲ ਅਵਤਰੈ। ਉਹ ਜਿੱਥੇ ਕੋਈ ਉਹਨੇ ਮਾਇਆ ਪੈਸਾ ਦੱਬਿਆ ਹੋਊਗਾ ਅਤੇ ਸੱਪ ਦੀ ਜੂਨੇ ਬਾਰ ਆ ਕੇ ਉੱਥੇ ਬਹੂਗਾ। ਉਹ ਲਧਾਈਕੇ ਵਾਲੇ ਮਹਾਂਪੁਰਸ਼ ਕਹਿੰਦੇ ਸੀ ਵੀ ਇੱਕ ਸਾਧੂ ਸੀ, ਐਵੇਂ ਉਹਨੇ ਪੈਸੇ ਜਿਹੜੇ ਉਹ ਗੁਟਕਾ ਸਾਹਿਬ ਵਿੱਚ ਹੀ ਰੱਖੇ ਹੋਏ ਸਨ। ਫਿਰ ਉਹ ਜਿਹੜਾ ਗੁਟਕਾ ਸਾਹਿਬ ਵਿੱਚ ਹੀ ਸੱਪ ਜਿਹਾ ਛੋਟਾ ਜਿਹਾ ਬਣ ਕੇ ਬੈਠਾ ਹੋਇਆ ਸੀ। ਵੇਖ ਲਓ ਕਿ ਧਰਤੀ 'ਤੇ ਉਹਨੇ ਕੀ ਬਹਿਣਾ, ਮਨੁੱਖ ਨੇ ਉਹ ਵਾਸ਼ਨਾ ਕਰਕੇ ਗੁਟਕਾ ਸਾਹਿਬ 'ਚ ਪੈਸੇ ਪਏ ਅਤੇ ਰੱਖੇ ਥੋੜ੍ਹੇ ਬਹੁਤ 10-5 ਰੁਪਈਏ, ਅਤੇ ਉੱਥੇ ਹੀ ਉਹ ਨਿੱਘਾ ਜਿਹਾ ਸਪੋਲੀਆ ਬਣ ਕੇ ਜਿਹੜਾ ਰਹਿ ਰਿਹਾ ਸੀ। ਇਸ ਕਰਕੇ ਜਿਹੜਾ ਜੇ ਕੋਈ ਹੁਣ ਮਰਨ ਵੇਲੇ ਵੀ ਆਖੇ ਵੀ ਆ ਮੇਰੇ ਪੁੱਤਰ ਬੜੇ ਪਰੇਸ਼ਾਨ ਹੋ ਜਾਣਗੇ, ਜਾਂ ਇੱਕੋ ਹੀ ਹੈ, 2 ਹੋ ਜਾਂਦੇ, ਉੱਧਰੋਂ ਸਰੀਰ ਛੁੱਟ ਜਾਵੇ, ਅੰਤ ਕਾਲ ਜੋ ਲੜਕੈ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੂਨ ਵੱਲ ਵੱਲ ਅਵਤਰੈ। ਉਹ ਸੂਰ ਦੀ ਜੂਨ ਵਿੱਚ ਜਾ ਕੇ ਪੈ ਜਾਂਦਾ ਹੈ।
ਵੀ ਤੂੰ ਕਹਿੰਦਾ ਸੀ ਇੱਕ ਹੈ, ਤੇ ਉਹ ਸੂਰ ਦੇ ਹੁੰਦੇ ਨਾ 17 18, ਫਿਰ 17 18 ਲੈ ਕੇ ਤੇ ਤੁਰਿਆ ਫਿਰ। ਜਿਹੜੇ ਤੁਸੀਂ ਮਰਦਾਂ ਵੀ ਮੇਰੇ ਬੱਚੇ ਥੋੜ੍ਹੇ ਸੀ, ਇੱਕ ਸੀ, ਦੋ ਸੀ। ਇਹ ਤੇ ਜਿਹੜੇ ਕੋਈ ਗੁਰਮੁਖ ਤਾਂ ਹੀ ਗੁਰਬਾਣੀ ਵੱਧ ਤੋਂ ਵੱਧ ਪੜ੍ਹਦੇ ਆ, ਕਥਾ ਕੀਰਤਨ ਸੁਣਦੇ ਆ, ਜਿਹਦੇ ਕਰਕੇ ਵੀ ਅੰਤ ਵੇਲੇ ਕਿਤੇ ਬਿਰਤੀ ਇੱਧਰ ਉੱਧਰ ਨਾ ਚਲੀ ਜਾਏ। ਜਿਹੜੇ ਗੁਰਬਾਣੀ ਸਿਮਰਨ ਕਰਨਗੇ, ਪੜ੍ਹਨਗੇ, ਉਹਨਾਂ ਨੂੰ ਉਹੋ ਜਿਹੀ ਬਿਰਤੀ ਇਹਨਾਂ ਦੀ ਹੋਣੀ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਵੀ ਸਿਮਰੂਗਾ ਪਰਮੇਸ਼ਰ ਦਾ ਨਾਮ, ਅੰਤ ਵੇਲੇ ਛੁੱਟੇਗਾ। ਭਗਤ ਜੀ ਕਹਿੰਦੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੈ। ਤਰਲੋਚਨ ਭਗਤ ਜੀ ਕਹਿੰਦੇ ਉਹ ਮਨੁੱਖ ਮੁਕਤ ਵੀ ਹੋ ਜਾਏਗਾ, ਉਹਦੇ ਹਿਰਦੇ ਵਿੱਚ ਪੀਲੇ ਵਸਤਰਾਂ ਵਾਲਾ ਪਰਮੇਸ਼ਰ ਵੀ ਵਸ ਜਾਏਗਾ, ਪ੍ਰਤੱਖ ਵੀ ਦਰਸ਼ਨ ਦੇਵੇਗਾ, ਅਤੇ ਉਹਦਾ ਛੁਟਕਾਰਾ ਆਪੇ ਹੀ ਹੈ। ਅਤੇ ਜਿਹੜਾ ਹੁਣ ਕੋਈ ਖਾਣ ਪੀਣ ਵਾਲਾ ਹੈ, ਉਹਨੂੰ ਤਾਂ ਉਹੀ ਸਿਮਰਨ ਉਹਦਾ ਹੋਊਗਾ। ਹੁਣ ਜਿਹੋ ਜਿਹੇ ਕੰਮ ਸਵੇਰੇ ਕਰਦੇ ਆ, ਉਹੋ ਜਿਹੇ ਸਾਨੂੰ ਰਾਤ ਸੁਪਨੇ ਆਉਂਦੇ। ਜਿਹੜੇ ਗੁਰਬਾਣੀ ਪੜ੍ਹਦੇ, ਸੇਵਾ ਕਰਦੇ, ਉਹਨਾਂ ਨੂੰ ਰਾਤ ਵੀ ਸੇਵਾ ਸਿਮਰਨ ਦੇ ਸੁਪਨੇ ਆਉਂਦੇ। ਅਤੇ ਜਿਹੜਾ ਹੁਣ ਕੋਈ ਇਸ ਕਰਕੇ ਜਿਹੜੇ ਕੋਈ ਖਾਣ ਪੀਣ ਵਾਲੇ ਤਰਕਵਾਦੀ ਲੋਕ ਹੈ, ਉਹਨਾਂ ਤੋਂ ਸੁਣ ਕੇ ਐਵੇਂ ਨਹੀਂ ਪਿੱਛੇ ਲੱਗ ਜਾਣਾ ਅਤੇ ਖਾਣ ਲੱਗ ਜਾਣਾ ਕਿ ਜੇ ਦੁਨੀ ਚੰਦ ਦਾ ਪਿਓ ਖਾ ਲੈਂਦਾ ਮੱਛੀ, ਅਤੇ ਕਾਹਨੂੰ ਬਘਿਆੜ ਬਣਦਾ। ਇਸ ਕਰਕੇ ਖਾ ਲੈਣੀ ਚਾਹੀਦੀ ਹੈ। ਇਹ ਤਾਂ ਗੁਰੂ ਮਹਾਰਾਜ ਦੇ ਬਚਨਾਂ 'ਤੇ ਹੀ ਰਹਿ ਕਰਕੇ ਅਤੇ ਸਾਨੂੰ ਜਿਹੜਾ ਬਚਾ ਰੱਖਣਾ ਚਾਹੀਦਾ ਹੈ। ਉਹ ਤਾਂ ਜਿਹੋ ਜਿਹਾ ਹੀ ਕੋਈ ਖਾਵਾਂਗੇ ਪੀਵਾਂਗੇ, ਉਹਦੇ ਸੁਰਤ ਉੱਧਰ ਜਾਏਗੀ, ਫਿਰ ਪਰੇਸ਼ਾਨ ਕਰੇਗੀ, ਤੰਗ ਹੋਵਾਂਗੇ। ਜਿਸ ਕਰਕੇ ਗੁਰੂ ਸਾਹਿਬ ਜੀ ਨੇ ਉਪਦੇਸ਼ ਜਿਹੜਾ ਦੇਣ ਲਈ ਹੀ ਸਭ ਕੁਝ ਕੀਤਾ ਸੀ। ਫਿਰ ਜੋ ਇਹਨੇ ਦੁਨੀ ਚੰਦ ਨੇ ਪੈਸਾ ਬਹੁਤ ਜੋੜਿਆ ਹੋਇਆ ਸੀ, ਉਹ ਵੀ ਉਪਦੇਸ਼ ਦੇਣ ਵਾਸਤੇ ਗੁਰੂ ਮਹਾਰਾਜ ਜੀ ਨੇ ਇੱਕ ਤਰੀਕਾ ਜਿਹਾ ਬਣਾ ਲਿਆ, ਢੰਗ ਜਿਹਾ ਬਣਾ ਲਿਆ ਵੀ ਦੁਨੀ ਚੰਦ ਕਹਿੰਦਾ ਮਹਾਰਾਜ ਆਪਣੀ ਸੇਵਾ ਬਖਸ਼ੋ, ਕੋਈ ਮੈਂ ਕਰਾਂਗਾ। ਗੁਰੂ ਸਾਹਿਬ ਜੀ ਕਹਿੰਦੇ ਵੀ ਆਹ ਇੱਕ ਸੂਈ ਹੈ ਸਾਡੇ ਕੋਲ, ਇਹ ਸੰਭਾਲ ਕੇ ਰੱਖ, ਜਦੋਂ ਅਸੀਂ ਪਰਲੋਕ ਵਿੱਚ ਜਾਵਾਂਗੇ ਤਾਂ ਉੱਥੇ ਲਵਾਂਗੇ, ਹੋਰ ਕਿਤੇ ਨਹੀਂ ਲੈਣੀ। ਇਹ ਸੂਈ ਲੈ ਕੇ ਘਰ ਚਲਾ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਵੀ ਸੰਭਾਲ ਕੇ ਰੱਖ ਦੇ। ਉਹ ਹੁਣ ਸਿਆਣੀ ਸੀ, ਜਿਸ ਕਰਕੇ ਕਹਿਣ ਲੱਗੀ ਵੀ ਪਤੀ ਇਹ ਨਹੀਂ ਹੋ ਸਕਣਾ ਹੈ। ਆ ਜਿਹੜੀ ਦੇਹ ਨਾਲ ਹਰ ਵਕਤ ਤੁਰੀ ਫਿਰਦੀ, ਇਹ ਨਹੀਂ ਨਾਲ ਜਾਣੀ ਹੈ, ਅਤੇ ਸੂਈ ਕਿਵੇਂ ਲੈ ਕੇ ਜਾਏਗਾ ਤੂੰ। ਇਹ ਗੁਰੂ ਨਾਨਕ ਸਾਹਿਬ ਨੇ ਸੂਈ ਮੋੜਿਆ ਵੀ ਮਹਾਰਾਜ ਇਹ ਨਹੀਂ ਸੇਵਾ ਤੁਹਾਡੀ ਹੋ ਸਕਦੀ ਸਾਡੇ ਕੋਲ। ਫਿਰ ਇਹ ਆ ਗਿਆ, ਕਹਿਣ ਲੱਗਾ ਮਹਾਰਾਜ ਇਹ ਸੇਵਾ ਤੁਹਾਡੀ ਹੋ ਨਹੀਂ ਸਕਣੀ ਹੈ ਸਾਡੇ ਕੋਲ, ਮੇਰੀ ਘਰ ਵਾਲੀ ਕਹਿੰਦੀ ਹੈ ਵੀ ਨਾਲ ਤੇ ਦੇ ਵੀ ਨਹੀਂ ਜਾਣੀ ਹੈ। ਗੁਰੂ ਸਾਹਿਬ ਜੀ ਨੇ ਸਮਾਂ ਪਾਇਆ ਵੀ ਉਪਦੇਸ਼ ਦੇਣਾ ਚਾਹੀਦਾ, ਹੁਣ ਉਸ ਥਾਂ 'ਤੇ ਆ ਗਿਆ ਹੈ। ਮਹਾਰਾਜ ਕਹਿਣ ਲੱਗੇ ਫਿਰ ਦੁਨੀ ਚੰਦ ਜਿਹੜਾ 7 ਲੱਖ ਤੂੰ ਅੱਜ ਜੋੜਿਆ, ਠੱਗੀਆਂ ਮਾਰ ਕੇ 420 ਕਰਕੇ ਲੋਕਾਂ ਨਾਲ ਬਲਛਲ ਕਰਕੇ, ਇਹ ਕਿਵੇਂ ਖੜੇਗਾ? ਇਹ ਤੇਰੇ ਨਾਲ ਜਾਏਗਾ? ਫਿਰ ਢਿੱਲਾ ਜਿਹਾ ਮੂੰਹ ਕਰਕੇ ਕਹਿਣ ਲੱਗਾ ਮਹਾਰਾਜ ਆਪ ਹੀ ਕਿਰਪਾ ਕਰੋ, ਕਿਵੇਂ ਨਾਲ ਜਾਏ। ਗੁਰੂ ਸਾਹਿਬ ਜੀ ਕਹਿੰਦੇ ਵੀ ਧਰਮ ਦੇ ਅਰਥ ਲਾ ਦੇ, ਫਿਰ ਪੁੰਨ ਦਾਨ ਕਰ, ਇਹ ਤੇਰਾ ਅੱਗੇ ਵੀ ਜਾਏਗਾ, ਤੈਨੂੰ ਭਲਾ ਵੀ ਤੇਰਾ ਹੋਏਗਾ। ਇਹਦੇ ਉੱਪਰ ਬਚਨਾਂ ਦਾ ਅਸਰ ਹੋ ਗਿਆ। ਫਿਰ ਦੁਨੀ ਚੰਦ ਨੇ ਜਿਹੜੇ ਆ ਪੈਸਿਆਂ ਦੇ ਚੰਗਾ ਹੀ ਤਗੜਾ ਭੋਜਨ ਭੰਡਾਰੇ ਕੀਤੇ, ਸੰਤਾਂ ਗਰੀਬ ਗੁਰਬੇ ਨੂੰ ਛਕਾਇਆ, ਭੋਜਨ ਤਿਆਰ ਕਰਵਾ ਕੇ, ਹੋਰ ਸੰਤਾਂ ਮੰਤਾਂ ਗਰੀਬਾਂ ਸਾਧੂਆਂ ਨੂੰ ਵਸਤਰ ਵੀ ਚੰਗੇ ਬਣਾ ਕੇ ਪਵਾਏ। ਜਿਵੇਂ ਗੁਰੂ ਜੀ ਦੇ ਬਚਨ ਹੈ ਕਿ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣ ਹੋ ਸੇ। ਵੀ ਖੱਟੀ ਕਮਾਈ ਕਰਕੇ ਤਿਵੇਂ ਸੰਤਾਂ ਮਤਾਂ ਦੇ ਅਰਥ ਲਾ ਦੇਵੇ ਅਤੇ ਉਹਦਾ ਭਲਾ ਹੈ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ ਹੀ, ਗੁਰਮੁਖ ਜਨਮ ਸੁਖਾਰਥਾ, ਪੜ੍ਹ ਗੁਰਬਾਣੀ ਸਮਝ ਸੁਨੇਹੀ। ਐਵੇਂ ਉਹ ਗੁਰਮੁਖਾਂ ਦਾ ਜਨਮ ਸਫਲ ਹੈ, ਜਿਹੜੇ ਗੁਰਬਾਣੀ ਪੜ੍ਹ ਕੇ ਸਮਝਦੇ ਆ, ਕਿਰਤ ਵਿਰਤ ਧਰਮ ਦੀ ਕਰਕੇ ਅਤੇ ਉਹਦਾ ਦਾਨ ਪੁੰਨ ਕਰਦੇ ਹੈਗੇ।
ਬਾਕੀ ਜਿਹੜਾ ਕੋਈ ਇਹੋ ਜਿਹੇ ਮਹਾਰਾਜ ਦੇ ਬਚਨਾਂ 'ਤੇ ਨਹੀਂ ਆ ਕੇ ਡਿੱਗਦਾ, ਆਪਣੀ ਮਨਮਰਜ਼ੀ ਜੀ ਕਰਦਾ ਹੈ, ਫਿਰ ਉਹਦੀ ਤਾਂ ਹਾਲਤ ਜਿਹੜੀ ਹੈ ਮਾੜੀ ਹੁੰਦੀ ਹੈ। ਉਹ ਤਾਂ ਇਵੇਂ ਹਰ ਕਬੀਰ ਭਗਤ ਜੀ ਕਹਿੰਦੇ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੈ ਲੱਖ ਕਰੋੜ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਉਹ ਯਥਾਰਥੀ ਬਚਨ ਹੈ ਵੀ ਜਿਨ੍ਹਾਂ ਦੇ ਲੱਖਾਂ ਕਰੋੜ ਕੌਡੀਆਂ ਕੌਡੀਆਂ ਕਰਕੇ ਜੋੜੇ ਹੋਏ ਸੀ, ਅਤੇ ਉਹ ਵੀ ਨੰਗੇ ਪੈਰੀ ਗਏ ਇੱਥੋਂ ਬਾਅਦ ਵਿੱਚ। ਅਤੇ ਇਹ ਤਾਂ ਬਿਲਕੁਲ ਹੀ ਸਾਡੇ ਸਾਹਮਣੇ ਹੀ ਹੈ ਸਭ ਕੁਝ, ਅਸੀਂ ਆਪ ਹੀ ਵੇਖਦੇ ਆ ਰਹੇ ਹਾਂ। ਕਈ ਦੇ ਜਿਹੜਾ ਕੋਈ ਮਰ ਮੁਰ ਜਾਵੇ ਅਤੇ ਮਰੇ ਦੇ ਗੂਠੇ ਲਵਾਈ ਜਾਂਦੇ ਕਾਗਜ਼ਾਂ ਪਰ, ਵਸੀਹਤ ਜੀ ਝੂਠੀ ਕਰਾ ਲੈਂਦੇ, ਫਿਰ ਫੂਕ ਫਾਕ ਦਿੰਦੇ ਵੀ ਕਿਤੇ ਹੋਰ ਹੀ ਨਾ ਕੋਈ ਲੈ ਜਾਏ। ਠੀਕ ਹੈ ਵੀ ਮਾਇਆ ਗੁਜਰਾਨ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ, ਪਰ ਇਹ ਨਹੀਂ ਵੀ ਮਾਇਆ ਦਾ ਪੁੱਤ ਹੋ ਕੇ ਰਾਤ ਦਿਨ ਇੱਕ ਕਰ ਦੇਵੇ, ਸਵੇਰ ਤੋਂ ਉੱਠੇ ਤੇ ਰਾਤ ਹੀ ਲੰਘ ਜਿਆ ਕਰੇ, 12-12 ਵੱਜ ਜਾਣ ਕਮਾਉਂਦੇ ਹੀ, ਦਾਨ ਪੁੰਨ ਵਾਰੀ ਕਿਤੇ ਅੱਗੇ ਨਾ ਹੋਵੇ। ਇਹ ਤਾਂ ਠੱਗੀਆਂ ਠੋਰੀਆਂ ਕਰਨ ਵਾਲੇ ਜਿਹੜੇ ਕੋਈ, ਜਾਂ ਕੋਈ 420 ਕਰਨ ਵਾਲੇ, ਝੂਠ ਬੋਲ ਬੋਲ ਕੇ ਪੈਸਾ ਧੇਲਾ ਇਕੱਠਾ ਕਰਨ ਵਾਲੇ, 5 ਤੋਂ 20 ਬਣਾਉਣ ਵਾਲੇ ਹੈ। ਫਿਰ ਤੋਂ ਜਿਵੇਂ ਸੰਤ ਮੰਤ ਧਾਰਨਾ ਲਾ ਕੇ ਕਹਿੰਦੇ ਆ ਵੀ ਜਾਨ ਨੂੰ ਲੇਖਾ ਹੀ ਦੇਣਾ ਹੀ ਪੈਣਾ, ਹੁਣ ਕਿਉਂ ਰੋਣਾ ਤੂੰ, ਅਤੇ ਉਹ ਲੇਖਾ ਦੇਣਾ ਪੈਂਦਾ ਹੈ ਕਿ ਜਿਸ ਕਰਕੇ ਮਹਾਰਾਜ ਤੇ ਇਹੀ ਕਹਿੰਦੇ ਵੀ ਇਹ ਮਨਾ ਤੂੰ ਰਾਮ ਸਿਮਰ ਪਛਤਾਹੇਗਾ, ਮਨ ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗਲ ਜਾਹੇਗਾ, ਧਰਮਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ। ਉੱਥੇ ਜਦੋਂ ਮੰਗਿਆ ਜਾਏਗਾ ਲੇਖਾ, ਫਿਰ ਕੀ ਤੂੰ ਮੁਖ ਲੈ ਕੇ ਜਾਏਗਾ ਵੀ ਠੱਗੀ ਠੋਰੀ ਕਰਦਾ ਰਿਹਾ ਹੈ। ਬਹੁ ਪਰਪੰਚ ਕਰ ਪਾਰਤਾਂ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਬਤ ਨਾ ਕੀਜੇ, ਅੰਤ ਨਬੇੜਾ ਤੇਰੇ ਜੀ ਪਹਿ ਲੀਜੈ। ਫਿਰ ਅੰਤ ਨਬੇੜਾ ਉਹ ਜੀ ਜਿਹੜਾ ਅੰਦਰਲਾ ਕਹਿੰਦਾ ਸੀ ਨਾ ਤੂੰ ਆ ਕਰ ਆ ਕਰ, ਉਹਦੇ ਕੋਈ ਸਭ ਕੁਝ ਲਿਆ ਜਾਣਾ ਹੈ। ਇਸ ਕਰਕੇ ਕਹਿਤ ਕਬੀਰ ਸੁਨਹੁਰੇ ਸੰਤੋ ਸਾਧ ਸੰਗਤ ਤਰ ਜਾਹੇਗਾ, ਸਾਧ ਸੰਗਤ ਨਾਲ ਹੀ ਤਰੇਗਾ ਅਤੇ ਠੱਗੀ ਠੋਰੀ ਛੱਡੇਗਾ, ਆਪਣੇ ਆਪ ਤੋਂ ਛੱਡ ਨਹੀਂ ਸਕੇਗਾ। ਇਸ ਤਰ੍ਹਾਂ ਆਪਾਂ ਜਿਹੜਾ ਦੁਨੀ ਚੰਦ ਦਾ ਪ੍ਰਸੰਗ ਉਹ ਸਰਵਣ ਕੀਤਾ ਵਿਸਥਾਰ ਨਾਲ। ਅੱਗੇ ਜਿਵੇਂ ਗੁਰੂ ਸਾਹਿਬ ਜੀ ਦੇ ਵੱਡੀ ਭੈਣ ਨਾਨਕੀ ਜੀ ਨੇ ਯਾਦ ਕੀਤਾ ਹੈ, ਗੁਰੂ ਸਾਹਿਬ ਜੀ ਸੁਲਤਾਨਪੁਰ ਗਏ, ਉਹ ਅੱਜ ਕਥਾ ਆ ਰਹੀ ਹੈ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਦਾਨੇ ਸੋ ਗਿਰਾ ਅਲਾਈ। ਵੱਡੀ ਭੈਣ ਨੇ ਯਾਦ ਕੀਤਾ ਹੈ, ਜਿਸ ਕਰਕੇ ਗੁਰੂ ਸਾਹਿਬ ਜੀ ਨੇ ਸੰਭਾਲ ਜੀ ਕੀਤੀ ਹੈ, ਭੈਣ ਯਾਦ ਕਰ ਰਹੀ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਕੀਓ ਯਾਦ ਭਗਨੀ ਮੁਝ ਤਾਈ। ਇਹ ਭਾਈ ਮਰਦਾਨਾ ਸਾਡੇ ਭੈਣ ਨਾਨਕੀ ਜੀ ਨੇ ਸਾਡੇ ਤਾਂ ਯਾਦ ਕੀਤਾ ਹੈ। ਚੱਲ ਸੁਲਤਾਨਪੁਰੇ ਸੁਧ ਲੀਜੈ। ਇਸ ਕਰਕੇ ਮਰਦਾਨਿਆ ਆਪਾਂ ਚੱਲੀਏ ਤੇ ਸੁਲਤਾਨਪੁਰ ਜਾ ਕੇ ਭੈਣ ਜੀ ਦੀ ਖਬਰਸਾਰ ਲਈਏ। ਬੇਬੇ ਜੀ ਕੀ ਖੁਸ਼ੀ ਕਰੀਜੈ। ਬੇਬੇ ਕਹੀਏ ਜੋ ਵੱਡੀ ਹੈ, ਤੇ ਜਿਸ ਰਾਏ ਭੋਜ ਦੀ ਤਲਵੰਡੀ ਵਿੱਚ ਵੀ, ਇਸ ਇਲਾਕੇ ਵਿੱਚ ਵੀ ਵੱਡੀ ਨੂੰ ਬੇਬੇ ਕਹਿ ਦਈਦਾ ਹੈ। ਭੈਣ ਨਾਨਕੀ ਹੁਣ ਸਤਿਗੁਰ ਜੀ ਤੋਂ ਵੱਡੇ ਸਨ ਉਮਰ ਵਿੱਚੋਂ, ਜਿਸ ਕਰਕੇ ਕਹਿੰਦੇ ਵੀ ਜੋ ਭੈਣ ਵੱਡੀ ਹੈ ਨਾਨਕੀ ਜੀ, ਉਹ ਭੈਣ ਦੀ ਆਪਾਂ ਖੁਸ਼ੀ ਜਿਹੜੀ ਲੈਣਾ ਕਰੀਏ ਜਾ ਕੇ। ਆਸ ਕਹਿ ਗਮਨੇ ਇੱਕ ਛਿਨ ਮਾਹੀ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਜੀ
ਬਹੁਤਾ ਸਮਾਂ ਨਹੀਂ, ਇੱਕ ਛਿਨ ਵਿੱਚ ਹੀ ਚੱਲੇ ਐ। ਪਹੁੰਚਤ ਭੇ ਪੁਰ ਹੋਤੋ ਜਹਾਹੀ। ਜਿੱਥੇ ਸੁਲਤਾਨਪੁਰ ਨਗਰ ਹੈ, ਸ਼ਹਿਰ ਹੈ, ਉਸ ਸੁਲਤਾਨਪੁਰ ਵਿੱਚ ਸਤਿਗੁਰੂ ਜੀ ਪਹੁੰਚ ਗਏ। ਸਦਨ ਸੁਸਾ ਕੇ ਪਰ ਵਿਸ਼ੇ ਜਬਹੀ। ਜਦੋਂ ਹੀ ਭੈਣ ਨਾਨਕੀ ਜੀ ਦੇ ਘਰ ਵਿੱਚ ਸਤਿਗੁਰੂ ਜੀ ਪ੍ਰਵੇਸ਼ ਹੋਏ ਐ, ਹਰਖ ਭਰੀ ਤੂਰਨ ਉਠ ਤਬਹੀ। ਬੜੀ ਖੁਸ਼ੀ ਪ੍ਰਸੰਨਤਾ ਨਾਲ ਭੈਣ ਭਰ ਗਈ ਹੈ। ਬੜੀ ਛੇਤੀ ਉੱਠ ਕੇ ਉਸ ਵੇਲੇ ਕਰਨ ਬੰਦਨਾ ਪਗ ਪਰਤਾਈ। ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਨ ਵਾਸਤੇ ਭੈਣ ਨਾਨਕੀ ਬਹੁਤ ਦੌੜੀ ਹੈ। ਲੋਚਨ ਤੇ ਜਲ ਧਾਰ ਬਹਾਈ। ਬਹੁਤ ਸਾਲ ਹੋ ਗਏ ਸੀ, ਜਿਸ ਕਰਕੇ ਦਰਸ਼ਨ ਦੇਖਦੇ ਨੇਤਰਾਂ 'ਚੋਂ ਜਲ ਜਾ ਛੁੱਟ ਪਿਆ ਹੈ। ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਬਹਾ ਦਿੱਤੀਆਂ ਉਸ ਵੇਲੇ। ਘਰ ਪਰ ਲੈ ਸਿਰ ਕਹਿ ਹਿਤ ਬੈਨਾ। ਇੱਧਰ ਗੁਰੂ ਸਾਹਿਬ ਜੀ ਪਿਆਰ ਦੇ ਬਚਨ ਕਹਿ ਕੇ ਵੀ ਭੈਣ ਤੂੰ ਤੇ ਵੱਡੀ ਹੈ, ਤੇਰਾ ਫਰਜ਼ ਨਹੀਂ ਹੈ ਸਾਨੂੰ ਮੱਥਾ ਟੇਕਣਾ। ਤੇ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਉੱਪਰ ਹੀ ਸੀਸ ਲੈ ਲਿਆ ਭੈਣ ਦਾ। ਬੈਸ ਗਏ ਮੰਚ ਪਰ ਗੁਣ ਐਨਾ। ਗੁਣਾ ਦੇ ਘਰ ਗੁਰੂ ਸਾਹਿਬ ਜੀ ਸੋਹਣੇ ਪਲੰਘ ਉੱਪਰ ਬੈਠ ਗਏ ਐ। ਤਿਹ ਛਿਨ ਚੱਲ ਜਰਾਮ ਤਹ ਆਵਾ। ਇੱਧਰ ਭੈਣ ਨਾਨਕੀ ਦਾ ਜੋ ਪਤੀ ਹੈ ਭਾਈਆ ਜੈ ਰਾਮ, ਉਹ ਵੀ ਉੱਥੇ ਬੜੀ ਛੇਤੀ ਚੱਲ ਕੇ ਆ ਗਿਆ ਉਸ ਸਮੇਂ। ਦਰਸ ਬਿਲੋਕਤ ਔਰ ਹਰ ਖਾਵਾ। ਗੁਰੂ ਸਾਹਿਬ ਜੀ ਵੀ ਆਏ ਹੋਏ ਐ। ਦਰਸ਼ਨ ਦੇਖਦਿਆਂ ਹੀ ਹਿਰਦੇ ਵਿੱਚ ਬਹੁਤ ਖੁਸ਼ ਹੋਇਆ ਜੈ ਰਾਮ। ਕਰ ਬੰਧਨ ਬੈਸਿਓ ਕਰ ਪ੍ਰੇਮਾ। ਬਹੁਤਾ ਪ੍ਰੇਮ ਪਿਆਰ ਕਰਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਬੈਠ ਗਿਆ ਜੈ ਰਾਮ। ਪੂਜ ਪਰਸ ਪਰ ਕੁਸ਼ ਲੰਖੇਮਾ। ਫਿਰ ਆਪੋ ਵਿੱਚ ਹੀ ਭਾਈਆ ਜੈ ਰਾਮ ਸਤਿਗੁਰੂ ਜੀ ਨੂੰ ਸੁਖ ਸਾਂਦ ਪੁੱਛ ਰਿਹਾ ਰਾਜੀ ਖੁਸ਼ੀ। ਗੁਰੂ ਸਾਹਿਬ ਜੀ ਇੱਧਰ ਜੈ ਰਾਮ ਨੂੰ ਪੁੱਛ ਰਹੇ ਹਨ। ਬਹੁਤ ਬਰਖ ਬੀਤੇ ਬਿਨ ਦਰਸ਼ਨਾ। ਫਿਰ ਦੋਵੇਂ ਭੈਣ ਨਾਨਕੀ ਜੀ ਭਾਈਆ ਜੈ ਰਾਮ ਜੀ ਕਹਿਣ ਲੱਗੇ ਮਹਾਰਾਜ ਬਹੁਤ ਹੀ ਸਾਲ ਹੀ ਬੀਤ ਗਏ ਤੁਹਾਡੇ ਦਰਸ਼ਨਾਂ ਤੋਂ, ਭਾਵ 12 ਸਾਲ ਲੰਘ ਗਏ ਦਰਸ਼ਨ ਕੀਤਿਆਂ ਨੂੰ। ਇਉਂ ਕਹਿ ਭਗਨੀ ਗੇਰਤ ਆਸਨ। ਇਉਂ ਕਹਿ ਕਰਕੇ ਭੈਣ ਨਾਨਕੀ ਤੇ ਅਥਰੂ ਜੇ ਘੇਰਨ ਲੱਗੀ ਐ। ਹਮੈ ਵਿਸਾਰ ਦਿਓ ਨਿਜ ਮਨ ਤੇ। ਭਰਾ ਜੀ ਤੁਸਾਂ ਨੇ ਤੇ ਸਾਨੂੰ ਆਪਣੇ ਮਨ ਤੋਂ ਭੁਲਾ ਹੀ ਦਿੱਤਾ ਹੈ, ਭੁੱਲ ਹੀ ਗਏ ਹੋ ਕਿ ਮੇਰੀ ਕੋਈ ਭੈਣ ਵੀ ਹੈ। ਹਰਖ ਹੋਤ ਰਾਵਰ ਦਰਸ਼ਨ ਤੇ। ਜਦੋਂ ਗੁਰੂ ਮਹਾਰਾਜ ਤੁਸੀਂ ਇੱਥੇ ਸੁਲਤਾਨਪੁਰ ਮੋਦੀ ਖਾਨੇ ਦਾ ਕੰਮ ਕਰਦੇ ਸੀ, ਆਉਂਦੇ ਜਾਂਦੇ ਰਹਿੰਦੇ ਸੀ, ਦਰਸ਼ਨ ਤੁਹਾਡੇ ਕਰਦੇ ਸਾਂ, ਉਹ ਦਰਸ਼ਨਾਂ ਕਰਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ। ਹਾਥ ਬੰਦ ਬੋਲਿਓ ਜੈ ਰਾਮਾ। ਉਸ ਵੇਲੇ ਭਾਈਆ ਜੈ ਰਾਮ ਹੱਥ ਜੋੜ ਕੇ ਬੋਲਿਆ ਕਰਨਾ ਕਰਹੁ ਰਹੋ ਅਬ ਧਾਮਾ। ਮਹਾਰਾਜ ਤਰਸ ਕਰੋ, ਰਹਿਮ ਕਰੋ, ਕਿਰਪਾ ਕਰਕੇ ਹੁਣ ਇੱਥੇ ਸਾਡੇ ਘਰ ਸੁਲਤਾਨਪੁਰ ਹੀ ਰਹੋ ਜੀ। ਵੈਸੇ ਸਿਮਰਹੁ ਸਦਾ ਗੋਬਿੰਦੰ। ਬੈਠੇ ਤੇ ਘਰ ਵਿੱਚ ਵਾਹਿਗੁਰੂ ਦਾ ਜਿਹੜਾ ਸਿਮਰਨ ਉਹ ਕਰਦੇ ਰਹੋ ਮੌਜ ਨਾਲ। ਹਮ ਕੋ ਦੇਵਤ ਰਹੋ ਆਨੰਦੰ। ਤੇ ਸਾਨੂੰ ਇੱਥੇ ਰਹਿ ਕੇ ਜਿਹੜਾ ਦਰਸ਼ਨ ਦੇ ਦੇ ਕੇ ਆਨੰਦ ਦਿੰਦੇ ਰਹੋ ਜੀ। ਸ੍ਰੀ ਚੰਦ ਬਾਹਰ ਤਾਂ ਆਇਓ। ਇੱਧਰ ਬਾਹਰ ਤੇ ਆਇਓ। ਇੰਨੇ ਨੂੰ ਜੋ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਹੈ, ਉਹ ਬਾਹਰ ਤੋਂ ਆ ਗਏ ਹੈ। ਕਿਉਂਕਿ ਸਤਿਗੁਰੂ ਜੀ ਨੇ ਜਦੋਂ ਇੱਥੇ ਸੁਲਤਾਨਪੁਰ ਹੀ ਹੋਏ ਸਨ, ਬਾਬਾ ਸ਼੍ਰੀ ਚੰਦ ਤੇ ਭੈਣ ਨਾਨਕੀ ਜੀ ਦੀ ਝੋਲੀ ਪਾ ਦਿੱਤਾ ਸੀ ਵੀ ਭੈਣ ਆ ਸਾਡਾ ਪੁੱਤਰ ਤੇਰਾ ਪੁੱਤਰ ਹੀ, ਇਹਨੂੰ ਤੂੰ ਪਾਲ, ਇਹਨੂੰ ਤੂੰ ਆਪਣਾ ਹੀ ਸਮਝ ਕੇ ਰੱਖ। ਇਹ ਗੁਰੂ ਸਾਹਿਬ ਜੀ ਦੀ ਮੌਜ ਹੈ ਵੀ ਕਿੱਥੇ ਆ। ਪਿੱਛੇ ਪ੍ਰਸੰਗ ਆਇਆ ਜਦੋਂ 9 ਖੰਡਾਂ 'ਚ ਮਹਾਰਾਜ ਗਏ ਹੈ, ਉਹ ਰਾਜੇ ਦੀ ਬੇਨਤੀ ਕਰਨੇ ਕਰਕੇ ਜਿਹੜੇ ਆ 2 ਲੌਂਗ ਤੇ 1 ਲਾਚੀ ਦੇ ਦਿੱਤੀ ਹੈ, 2 ਪੁੱਤਰ ਤੇ 1 ਉਹਨੂੰ ਪੁੱਤਰੀ ਬਖਸ਼ ਦਿੱਤੀ ਹੈ। ਤੇ ਇੱਧਰ
ਭੈਣ ਜਿਹੜੀ ਨਾਨਕੀ ਹੈ ਵੀ ਉਹ ਗੁਰੂ ਦੇ ਸਮਰੱਥ ਹੈ, ਸਭ ਕੁਝ ਦੇ ਸਕਦੇ ਹੈ। ਪਰ ਭੈਣ ਨਾਨਕੀ ਹੁਣ ਵਾਹਿਗੁਰੂ ਦੀ ਭਗਤ ਨਹੀਂ ਹੈ, ਪਿਆਰੀ ਰਜਾ ਵਿੱਚ ਹੀ ਖੁਸ਼ ਹੈ। ਅਤੇ ਜਿਹੜੇ ਰਜਾ ਵਿੱਚ ਖੁਸ਼ ਹੋ ਕੇ ਤੇ ਅੱਗੋਂ ਕਹਿੰਦੇ ਨਹੀਂ ਕੁਝ, ਉਹਦੇ ਹੀ ਕਹਿੰਦੇ ਮਹਾਰਾਜ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜੋ ਤੂੰ ਕਰਦਾ ਉਹ ਠੀਕ ਹੀ ਕਰਦਾ, ਤੇਰਾ ਹੁਕਮ ਕਾਹਨੂੰ ਮੋੜਨਾ ਵੀ ਐਵੇਂ ਨਹੀਂ ਤੂੰ ਐਵੇਂ ਕਰ, ਤੂੰ ਸਾਨੂੰ ਆਹ ਦੇ ਹੀ ਦੇ, ਅਸੀਂ ਬੜੇ ਪਰੇਸ਼ਾਨ ਹੈ। ਉਹ ਤੇ ਨਾਨਕ ਹੁਕਮ ਹੈ, ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਜਿਹੜੇ ਵਾਹਿਗੁਰੂ ਦੇ ਹੁਕਮ ਭਾਣੇ ਨੂੰ ਬੁੱਝਦੇ ਹੈ, ਉਹ ਹਉਮੈ ਹੰਕਾਰ ਵਿੱਚ ਮੁੜ ਕੇ ਜਵਾਬ ਨਹੀਂ ਦਿੰਦੇ, ਅੱਗੋਂ ਕੁਝ ਨਹੀਂ ਕਹਿੰਦੇ। ਅਤੇ ਭੈਣ ਨਾਨਕੀ ਤੇ ਹੁਣ ਵਾਹਿਗੁਰੂ ਦੀ ਰਜਾ ਵਿੱਚ ਰਹਿਣ ਵਾਲੇ ਹੈ। ਸਤਿਗੁਰੂ ਜੀ ਨੇ ਇੱਥੇ ਭਾਵੇਂ ਉਹ ਪ੍ਰਸੰਗ ਨਹੀਂ ਆਇਆ, ਪ੍ਰਾਚੀਨ ਪੰਥ ਪ੍ਰਕਾਸ਼ 'ਚ ਆਉਂਦਾ ਹੈ ਵੀ ਜਿਹੜਾ ਨਵਾਬ ਦੌਲਤ ਖਾਂ ਲੋਧੀ ਸੀ, ਉਹਦੇ ਘਰ ਵੀ 2 ਰਾਣੀਆਂ ਦੇ ਪੁੱਤਰ ਨਹੀਂ ਸੀ ਹੁੰਦੇ। ਅਤੇ ਜਿੱਥੇ ਬੇਰ ਸਾਹਿਬ ਸਤਿਗੁਰੂ ਜੀ ਦਾ ਸਥਾਨ ਹੈ, ਉੱਥੇ ਮਲਿਆਂ ਤੋਂ ਹੀ 2-2 ਬੇਰ ਦੋਵਾਂ ਰਾਣੀਆਂ ਨੂੰ ਦਿੱਤੇ ਅਤੇ 2-2 ਪੁੱਤਰ ਹੋਏ ਸੀ। ਉਹ ਪੰਥ ਪ੍ਰਕਾਸ਼ ਸਾਰੀ ਕਥਾ ਆਪਾਂ ਪੜ੍ਹੀ ਸੁਣੀ ਹੈ। ਅਤੇ ਗੁਰੂ ਸਾਹਿਬ ਜੀ ਤੇ ਸਮਰੱਥ ਹੈ, ਸਭ ਕੁਝ ਦੇਣ ਵਾਲੇ ਹੈ। ਪਰ ਜਿਹੜੇ ਕੋਈ ਆਪਣੇ ਸੇਵਕ ਪਿਆਰੇ ਭਗਤ ਹੈ, ਉਹਨਾਂ ਦੇ ਨੇੜੇ ਰਹਿ ਕੇ ਮਹਾਰਾਜ ਉਹਨਾਂ ਨੂੰ ਇਵੇਂ ਰੱਖਦੇ ਹੈ ਵੀ ਉਹ ਰਜਾ ਵਿੱਚ ਹੀ ਖੁਸ਼ ਰਹਿਣ। ਉਹ ਸੰਸਾਰ ਦੇ ਲੋਕਾਂ ਵਾਂਗੂ ਮੋਹ ਮਮਤਾ 'ਚ ਫਸ ਕੇ ਇਹਨਾਂ ਨੇ ਮੰਗਾਂ ਜੀਆਂ ਮੰਗੀ ਜਾਣ, ਜਿਸ ਕਰਕੇ ਗੁਰੂ ਜੀ ਨੇ ਮੌਜ ਨਾਲ ਹੀ ਭੈਣ ਜੀ ਨੂੰ ਕੁਝ ਨਹੀਂ ਸੀ ਐਵੇਂ ਉਹ ਪੁੱਤਰ ਦੀ ਜਿਹੜੀ ਕੋਈ ਆਂਚ ਜੀ ਆਉਣ ਦਿੱਤੀ ਅਤੇ ਆਪਣਾ ਪੁੱਤਰ ਬਖਸ਼ਿਆ ਸੀ। ਬਾਬਾ ਸ਼੍ਰੀ ਚੰਦ ਇਹਨਾਂ ਨੂੰ ਬਾਹਰੋਂ ਆ ਗਿਆ ਹੈ। ਨਮਸਕਾਰ ਨਮਸਕਾਰ ਕਰ ਔਰ ਹਰਿ ਖਾਇਓ। ਪਿਤਾ ਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਹਿਰਦੇ ਵਿੱਚ ਬਹੁਤ ਖੁਸ਼ ਪ੍ਰਸੰਨ ਹੋਏ ਹੈ। ਵੈਸੇ ਮਿਲ ਕੇ ਸਰਬ ਸਮੀਪਾ। ਸਾਰਾ ਪਰਿਵਾਰ ਹੀ ਮਿਲ ਜੁਲ ਕੇ ਸਤਿਗੁਰੂ ਜੀ ਦੇ ਕੋਲ ਹੀ ਬੈਠੇ ਹੋਏ ਹੈ। ਬਚਨ ਭਨੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਜੋ ਦੀਵਾ ਰੂਪ ਪ੍ਰਕਾਸ਼ ਰੂਪ ਸਤਿਗੁਰੂ ਜੀ ਨੇ ਬਚਨ ਕਹੇ ਉਸ ਵੇਲੇ। ਦੇਸ਼ ਵਿਦੇਸ਼ਨ ਦੇਖਨ ਹੇਤਾ। ਇਹ ਵੱਡੀ ਭੈਣ ਆ ਜਿਹੜੇ ਦੇਸ਼ ਹੈ ਵਿਦੇਸ਼ ਬਾਹਰਲੇ ਇਲਾਕੇ ਹੈ, ਇਹਨਾਂ ਨੂੰ ਦੇਖਣ ਵਾਸਤੇ। ਜਾਂ ਤੇ ਰਹਿਓ ਨਾ ਜਾਤ ਨਿਕੇਤਾ। ਇਸ ਕਰਕੇ ਤੇਰੇ ਘਰ ਸਾਡੇ ਕੋਲ ਪੱਕੇ ਤੌਰ ਤੇ ਰਿਹਾ ਨਹੀਂ ਜਾ ਸਕਦਾ। ਜਬ ਸਿਮਰਨ ਕਰ ਹੋ ਤੁਮ ਮੇਰਾ। ਬਾਕੀ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ, ਜਦੋਂ ਵੀ ਸਿਮਰਨ ਕਰੋਗੇ ਸਾਡਾ, ਤਬ ਸਮੀਪ ਆਵੋ ਬਿਨ ਦੇਰਾ। ਬਿਨਾਂ ਦੇਰੀ ਤੋਂ ਤੁਹਾਡੇ ਕੋਲ ਅਸੀਂ ਆ ਜਾਵਾਂਗੇ। ਹੁਣ ਆਉਂਦੇ ਹਾਂ ਤੇ ਆਵਾਂਗੇ। ਬਹੁ ਪ੍ਰਕਾਰ ਦੇ ਧੀਰਜ ਸਭ ਹੀ। ਇਸ ਤਰ੍ਹਾਂ ਗੁਰੂ ਮਹਾਰਾਜ ਬਹੁਤ ਤਰ੍ਹਾਂ ਨਾਲ ਧੀਰਜ ਦੇ ਕੇ ਭੈਣ ਨੂੰ ਰਣ ਬਸੇਰਾ ਕੀ ਤਿਹ ਤਬ ਹੀ। ਉਸ ਵੇਲੇ ਜਿਹੜੀ ਰਾਤ ਹੈ ਭੈਣ ਜੀ ਦੇ ਘਰ ਸੁਲਤਾਨਪੁਰ ਹੀ ਨਿਵਾਸ ਕੀਤਾ, ਉੱਥੇ ਬਿਰਾਜਣਾ ਕੀਤਾ ਹੈ। ਹੋਰ ਹੋਤ ਮਿਲ ਕੇ ਸਭ ਸਾਥਾ। ਜਦੋਂ ਸਵੇਰ ਹੋਈ ਹੈ ਸਾਰਿਆਂ ਨਾਲ ਮਿਲ ਜੁਲ ਕੇ ਗਮਨ ਕਰਿਓ ਬੇਦੀ ਕੁਲ ਨਾਥਾ। ਬੇਦੀਆਂ ਦੇ ਕੁਲ ਦੇ ਜੋ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਚੱਲਣਾ ਕਰ ਦਿੱਤਾ। ਪੂਰਨ ਮਾਤ ਪਿਤਾ ਕੀ ਚਾਹੂ। ਕਿ ਮਾਤਾ ਪਿਤਾ ਵੀ ਦਰਸ਼ਨਾਂ ਦੀ ਚਾਹਨਾ ਇੱਛਾ ਕਰਦੇ ਹੈ। ਮਾਤਾ ਪਿਤਾ ਜੀ ਦੀ ਚਾਹਨਾ ਨੂੰ ਪੂਰਾ ਕਰਨ ਲਈ ਤਲਵੰਡੀ ਪਹੁੰਚੇ ਦੁਖ ਦਾਹੂ। ਦੁੱਖਾਂ ਨੂੰ ਸਾੜਨ ਵਾਲੇ ਸਤਿਗੁਰੂ ਜੀ ਰਾਏ ਭੋਏ ਦੀ ਤਲਵੰਡੀ ਜਾ ਪਹੁੰਚੇ ਹੈ। ਦੋਏ ਕੋਸ ਪਰ ਕੂਪ ਜੋ ਨੀਕਾ। ਰਾਏ ਭੋਏ ਦੀ ਤਲਵੰਡੀ ਤੋਂ ਜੋ 2 ਕੋਹ ਦੇ 2 ਕੋਹ ਬਾਹਰ ਹੀ ਜਿਹੜਾ ਭਾਈ ਬਾਲਾ ਜੀ ਦੇ ਪਿਤਾ ਦਾ ਤੇਜ ਭਾਨ ਦਾ ਬਣਿਆ ਹੋਇਆ ਚੰਗਾ ਖੂਹ ਹੈ। ਛਾਇਆ ਸਗਨ ਜਹਾਂ ਰਮਣੀਕਾ। ਜਿੱਥੇ ਬੜੇ ਸੋਹਣੇ ਬ੍ਰਿਸ਼ਾਂ ਦੀ ਸੰਘਣੀ ਛਾਇਆ ਸੀ। ਬੈਠ ਗਏ ਜਗ ਗੁਰ ਤਿਹ ਥਾਈ। ਉਸ ਥਾਂ ਤੇ ਸੰਸਾਰ ਦੇ ਗੁਰੂ ਮਹਾਰਾਜ ਬੈਠ ਗਏ ਆ, ਸੋਹਣੇ ਰੁੱਖ ਦੀ ਛਾਂ ਦੇ ਕੇ ਖੂਹ ਦੇ ਕਿਨਾਰੇ। ਦ્વੈ ਘਟਕਾ ਜਬ ਦੀਨ ਬਿਤਾਈ। ਜਦੋਂ ਸਤਿਗੁਰੂ ਜੀ ਨੇ ਤੇ ਭਾਈ ਮਰਦਾਨਾ ਜੀ ਨੇ ਭਾਈ ਬਾਲਾ ਜੀ ਨੇ 2 ਘੜੀਆਂ
ਬਤੀਤ ਕਰ ਦਿੱਤੀਆਂ, ਲੰਘਾ ਦਿੱਤੀਆਂ। ਭਾਵ 48 ਕੁ ਘੰਟੇ ਜਦੋਂ ਲੰਘ ਗਏ ਹੈ, ਹਾਥ ਬੰਦ ਬੋਲਿਓ ਮਰਦਾਨਾ, ਉਸ ਵੇਲੇ ਹੱਥ ਜੋੜ ਕੇ ਭਾਈ ਮਰਦਾਨਾ ਬੋਲਿਆ, ਮੁਝ ਕੋ ਆਗਿਆ ਕਰਹੁ ਬਖਾਨਾ। ਸਤਿਗੁਰੂ ਜੀ ਆਪ ਕਹਿ ਕਰਕੇ ਮੈਨੂੰ ਆਗਿਆ ਕਰੋ ਜੀ। ਨਿਜ ਕਟਾਂਬ ਲਿਆਵਹ ਸੁਧ ਅਬਹੀ, ਮੈਂ ਮੈਂ ਵੀ ਘਰ ਜਾ ਕੇ ਹੁਣੇ ਹੀ ਆਪਣੇ ਜੀਆ ਜੰਤ ਪਰਿਵਾਰ ਦੀ ਖਬਰਸਾਰ ਲਿਆਵਾਂ ਭਏ ਮ੍ਰਿਤਕ ਕਾ ਜੀਵਤ ਸਭ ਹੀ। ਵੀ ਸਾਰੇ ਆ ਜਿੰਦੇ ਆ ਕਿ ਜਾਂ ਮਰਖਾ ਵੀ ਗਏ ਹਨ, ਬਹੁਤ ਬਰਖ ਮਹਿ ਨਿਜਪੁਰ ਆਏ। ਕਿਉਂਕਿ ਸਤਿਗੁਰ ਜੀ ਆਪਾਂ ਬਹੁਤ ਹੀ ਸਾਲ 12 ਸਾਲ ਬਾਅਦ ਆਪਣੇ ਨਗਰ ਵਿੱਚ ਆਏ ਆ, ਰਾਏ ਭੋਏ ਤਲਵੰਡੀ। ਨਿਕਸੇ ਬਾਹਰ ਨਾ ਫੇਰੋ ਪਾਏ, ਜਦੋਂ ਦੇ ਆਪਾਂ ਨਗਰ ਚੋਂ ਨਿਕਲੇ ਆ ਮੁੜ ਫੇਰਾ ਹੀ ਨਹੀਂ ਪਾਇਆ, ਕਿਤੇ ਮੁੜੇ ਹੀ ਨਹੀਂ, ਮੁੜ ਕੇ ਵੇਖਿਆ ਹੀ ਨਹੀਂ ਹੈ। ਸੁਨ ਕਰ ਬਿਗਸੇ ਕਿਰਪਾ ਨਿਕੇਤਾ, ਭਾਈ ਮਰਦਾਨਾ ਜੀ ਤੋਂ ਸੁਣ ਕਰਕੇ ਕਿਰਪਾ ਦੇ ਘਰ ਸਤਿਗੁਰੂ ਜੀ ਹੱਸੇ ਐ ਤੇ ਹੱਸਦਿਆਂ ਹੋਇਆਂ ਬੋਲੇ ਐ। ਬੋਲੇ ਹਰਖ ਦੇਨ ਕੇ ਹੇਤਾ, ਭਾਈ ਮਰਦਾਨੇ ਨੂੰ ਪ੍ਰਸੰਨਤਾ ਖੁਸ਼ੀ ਦੇਣ ਵਾਸਤੇ ਬਚਨ ਬੋਲੇ। ਜੇ ਤੇਰੇ ਸਨ ਬੰਦੀ ਮਰ ਹੈ, ਮਹਾਰਾਜ ਕਹਿਣ ਲੱਗੇ ਵੀ ਮਰਦਾਨਿਆ ਜੇ ਤੇਰੇ ਹੀ ਆ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਮਰ ਮੁਰ ਜਾਣ, ਅਵਰ ਕਾਜ ਹਮ ਜਗ ਕਸ ਕਰ ਹੈ। ਜਿਹੜੇ ਸੰਸਾਰ ਦੇ ਹੋਰ ਕੰਮ ਹੈ ਵੀ ਉਹ ਕਿਸ ਤਰ੍ਹਾਂ ਹੀ ਕਰਾਂਗੇ ਜੇ ਸਾਡੇ ਹੁੰਦਿਆਂ ਤੇਰੇ ਜੀਆ ਜੰਤ ਮਰ ਜਾਏ। ਹਮ ਹੋਵਤ ਨਹਿ ਚਿੰਤਾ ਕਰੀਏ, ਜਿੰਨਾ ਚਿਰ ਮਰਦਾਨਿਆ ਅਸੀਂ ਹੈ ਨਾ ਉਹਨਾਂ ਚਿਰ ਤੂੰ ਬਿਲਕੁਲ ਨਾ ਪਰਿਵਾਰ ਦੀ ਚਿੰਤਾ ਕਰ। ਨਿਕਟ ਨਾ ਜਮ ਕੋ ਤਰਾਸ ਜੇ ਵਿਚਰੀਏ, ਜਮ ਨੇੜੇ ਆ ਜਾਏਗਾ, ਜਮ ਨੇੜੇ ਨਹੀਂ ਆ ਸਕੇਗਾ। ਜਮ ਦਾ ਡਰ ਤੂੰ ਨੇੜੇ ਨਾ ਵਿਚਾਰ। ਤੇਰੇ ਸੇਵਕ ਕੋ ਭਾਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਜਿੱਥੇ ਮਹਾਰਾਜ ਦੇ ਸੇਵਕ ਹੋਣ ਉੱਥੇ ਜਮ ਨਹੀਂ ਨੇੜੇ ਆਉਂਦਾ। ਗੁਰੂ ਸਾਹਿਬ ਜੀ ਕਹਿ ਰਹੇ ਵੀ ਜਮ ਦਾ ਡਰ ਨਾ ਕਰ, ਉਹ ਤੇ ਨੇੜੇ ਵੀ ਨਹੀਂ ਢੁੱਕ ਸਕਦਾ ਤੇਰੇ ਪਰਿਵਾਰ ਦੇ। ਜੇ ਅਬ ਤੋ ਮਨ ਐਸੀ ਆਈ, ਬਾਕੀ ਫੇਰ ਵੀ ਜੇ ਤੇਰੇ ਮਨ ਵਿੱਚ ਹੁਣ ਐਸੀ ਆਈ ਵੀ ਮੈਂ ਘਰ ਵੇਖਵਾਂ, ਮਿਲਹੁ ਕਟਾਂਬ ਸਰਬ ਕੋ ਜਾਈ। ਫਿਰ ਤੂੰ ਮਰਦਾਨਿਆਂ ਚਲਿਆ ਜਾ ਤੇ ਸਾਰੇ ਪਰਿਵਾਰ ਟੱਬਰ ਟੀਰ ਨੂੰ ਜਾ ਕੇ ਮਿਲੋ। ਕਾਲੂ ਕੇ ਸਮੀਪ ਜੇ ਜਾਵਹੁ, ਹੁਣ ਤੂੰ ਨਗਰ ਵਿੱਚ ਜਾਏਗਾ ਤੇ ਉੱਥੇ ਮਿਲ ਜੁਲ ਕੇ ਜੇ ਸਾਡੇ ਪਿਤਾ ਕਲਿਆਣ ਚੰਦ ਪਾਸ ਜਾਏਗਾ, ਹਮਾਰੀ ਸੁਧ ਨਹਿ ਤਿਨਹਿ ਸੁਨਾਵਹੁ। ਸਾਡੇ ਪਿਤਾ ਜੀ ਨੂੰ ਤੂੰ ਸਾਡੀ ਖਬਰਸਾਰ ਨਹੀਂ ਸੁਣਾਉਣੀ ਹੈ ਵੀ ਗੁਰੂ ਸਾਹਿਬ ਬਾਹਰ ਖੂਹ ਦੇ ਉੱਪਰ ਬੈਠੇ ਹੋਏ ਐ। ਮਿਲ ਪਰਿਵਾਰ ਬਾਹਰ ਤੁਮ ਆਵਹੁ, ਫਿਰ ਆਪਣੇ ਪਰਿਵਾਰ ਨੂੰ ਮਿਲ ਜੁਲ ਕੇ ਤੇ ਤੂੰ ਛੇਤੀ ਵਾਪਸ ਆ ਜਾ। ਕਰ ਕਾ ਮੋਹ ਨਾ ਬਿਲਮ ਲਗਾਵਹੁ। ਇਹ ਭਲਾ ਮੋਹ ਜਿਹਾ ਕਰਕੇ ਵੀ 12 ਸਾਲ ਬਾਅਦ ਆਇਆ ਤੇ ਹੁਣ ਇੱਥੇ 5 ਸਾਲ ਬੈਠਾ ਰਵਾਂ, ਬਿਲਕੁਲ ਨਾ ਦੇਰੀ ਕਰੀ। ਕਹਿ ਮਰਦਾਨਾ ਸੁਨ ਬਚ ਗੁਰ ਕੋ, ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ, ਕਿਆ ਲੈ ਕਰ ਜਾਵੋ ਮੈਂ ਘਰ ਕੋ। ਮਹਾਰਾਜ 12 ਸਾਲ ਹੋ ਗਏ ਆ, ਘਰ ਜਾਵਾਂਗਾ ਮੈਂ, ਘਰ ਵਿੱਚ ਕੀ ਲੈ ਕੇ ਜਾਵਾਂਗਾ। ਬਾਹਰ ਬਰਖ ਘਰ ਵਹਿਰ ਬਿਤਾਏ, ਬਹੁਤ ਸਾਲ 12 ਸਾਲ ਹੀ ਘਰ ਤੋਂ ਬਾਹਰ ਲੰਘਾਏ ਬਿਤਾਏ ਐ। ਸ਼ੂਸ਼ਾ ਅਬ ਕਿਆ ਦੇਵੋਂ ਜਾਏ। ਹੁਣ ਮੈਂ ਖਾਲੀ ਹੱਥਾਂ ਦੇ ਕੀ ਦੇਵਾਂਗਾ ਜਾ ਕੇ। ਬੱਚੇ ਕਹਿਣਗੇ ਪਾਪਾ ਆਏ, ਪਤਾ ਨਹੀਂ ਕੀ ਲਿਆਂਦਾ ਹੋਏਗਾ। ਗੁਰ ਕਹਿ ਰੋਰਨ ਮੁਸਟ ਉਚਾਵਹੁ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆਂ ਆ ਜਿਹੜੇ ਰੋੜੇ 'ਚ ਪਏ ਨਾ ਸਾਹਮਣੇ, ਇਹਨਾਂ ਦੀ ਇੱਕ ਮੁੱਠ ਚੁੱਕ ਲਾ। ਬਾਂਧ ਚੀਰ ਸੰਦੇਹ ਮਿਟਾਵਹੁ। ਆਪਣਾ ਸੰਸਾ ਜਾਂ ਮਟਾ ਕੇ ਤੇ ਰੋੜਿਆਂ ਦੀ ਮੁੱਠ ਜੀ ਇੱਕ ਚੁੱਕ ਕੇ ਕੱਪੜੇ ਵਿੱਚ ਬੰਨ ਲਾ। ਘਰ ਮਹਿ ਜਾਹੋ ਖੋਲ ਦੇਹੋ ਤਾਹੀ। ਘਰ ਵਿੱਚ ਜਾ ਕੇ ਤੇ ਇਹ ਕੱਪੜੇ ਦੀ ਗੰਢ ਨੂੰ ਤੂੰ ਖੋਲ ਦੇ। ਵੈ ਹੈ ਸੋ ਜੇ ਚਾਹੋ ਮਨ ਮਾਹੀ। ਜੋ ਵੀ ਤੂੰ ਮਨ ਵਿੱਚ ਚਾਹੇਗਾ ਕਿ ਹੀਰੇ ਬਣ ਜਾਣ, ਰਤਨ ਬਣ ਜਾਣ, ਚਾਂਦੀ ਬਣ ਜਾਏ, ਸੋਨਾ ਬਣ ਜਾਏ, ਲਾਲ ਰਤਨ ਬਣ ਜਾਣ,
ਜੋ ਵੀ ਮਨ ਵਿੱਚ ਚਾਹੇਗਾ ਉਹੀ ਉਹ ਹੋ ਜਾਏਗਾ। ਏਕ ਮੁਸ਼ਟ ਤਬ ਲੈ ਮਰਦਾਨੇ। ਭਾਈ ਮਰਦਾਨਾ ਜੀ ਨੇ ਉਸ ਵੇਲੇ ਇੱਕ ਜਿਹੜੀ ਮੁੱਠ ਲੈ ਕਰਕੇ ਹੋਰ ਕੋਈ ਹੁੰਦਾ ਤੇ ਤੋੜਾ ਭਰ ਲੈਂਦਾ ਬਾਂਦੇ ਆਪਣੇ ਪਟ ਸੰਗਾਨੇ। ਤੇ ਆਪਣੇ ਉਹ ਜਿਹੜਾ ਕੱਪੜਾ ਨਾਲ ਉਹ ਕੱਪੜੇ ਨਾਲ ਬੰਨ ਲਿਆ ਮੁੱਠ ਕਰੋੜਿਆਂ ਦੀ। ਕਰਿਓ ਆਨੰਦ ਨਿਕੇਤ ਸਿਧਾਰਾ। ਬੜਾ ਆਨੰਦ ਜਾ ਕੀਤਾ ਹੈ ਤੇ ਆਪਣੇ ਘਰ ਨੂੰ ਚੱਲ ਪਿਆ ਭਾਈ ਮਰਦਾਨਾ। ਮਿਲਿਓ ਜਾਏ ਆਪਣੇ ਪਰਿਵਾਰਾ। ਆਪਣੇ ਪਰਿਵਾਰ ਨੂੰ ਜਾ ਮਿਲਿਆ ਹੈ। ਭਾਈ ਮਰਦਾਨੇ ਦਾ ਇੱਕ ਪੁੱਤਰ ਸੀ ਸਜਾਦਾ ਕਰਕੇ। ਗੰਢ ਚੀਰ ਕੀ ਖੋਲੀ ਜਬ ਹੀ। ਜਦੋਂ ਇਹ ਘਰ ਜਾ ਕੇ ਉਹ ਕੱਪੜੇ ਦੀ ਗੰਢ ਜੀ ਖੋਲੀ ਹੈ ਰੋੜਾਂ ਵਾਲੀ। ਕੰਚਨ ਸਰਬ ਬਿਲੋਕਿਓ ਤਬ ਹੀ। ਗੰਢ ਜੀ ਖੋਲਦਿਆਂ ਵਿਚਾਰਿਆ ਵੀ ਮਹਾਰਾਜ ਇੱਜ਼ਤ ਰੱਖਿਓ ਸੋਨਾ ਬਣ ਜਾਏ। ਉਹ ਸਾਰਾ ਹੀ ਸੋਨਾ ਹੀ ਵੇਖਿਆ ਉਸ ਵੇਲੇ। ਭਾਕ ਟਾਂਬ ਕੋ ਆਨੰਦ ਭਾਰੀ। ਜਦੋਂ ਪਰਿਵਾਰ ਨੇ ਵੇਖਿਆ ਵੀ ਸਾਡੇ ਪਿਤਾ ਨੇ ਤੇ ਬਹੁਤ ਸੋਨਾ ਲੈ ਕੇ ਆਇਆ ਹੈ, ਬੜੀ ਮਿਹਨਤ ਕੀਤੀ ਹੈ, ਕਟੰਬ ਨੂੰ ਤੇ ਬੜਾ ਪਰਿਵਾਰ ਨੂੰ ਆਨੰਦ ਹੋਇਆ ਹੈ। ਸੁਨਤ ਭਏ ਪੁਰ ਮੈਂ ਨਰ ਨਾਰੀ। ਸਾਰੇ ਇੱਧਰ ਜਿਹੜੇ ਨਰ ਨਾਰੀ ਹੈ ਮਾਈ ਭਾਈ ਸੁਲਤਾਨਪੁਰ ਦੇ ਉਹ ਸੁਣ ਕੇ ਸ੍ਰੀ ਨਾਨਕ ਸੰਗੀ ਮਰਦਾਨਾ। ਕਿ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੰਗੀ ਸਾਥੀ ਹੈ ਭਾਈ ਮਰਦਾਨਾ। ਫਿਰਤ ਵਹਿਰ ਬਹੁ ਕਾਲ ਬਿਤਾਨਾ। ਉਸ ਨੇ ਗੁਰੂ ਸਾਹਿਬ ਜੀ ਨਾਲ ਵਿਚਰਦਿਆਂ ਹੋਇਆਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਸਮਾਂ ਲੰਘਾਇਆ ਬਿਤਾਇਆ ਹੈ। ਅਬ ਆਵਾ ਆਪਣੇ ਘਰ ਵਿੱਚੋ। ਹੁਣ ਕਿੰਨੇ ਸਮੇਂ 12 ਸਾਲ ਬਾਅਦ ਹੀ ਆਪਣੇ ਘਰ ਵਿੱਚ ਆਇਆ ਰਾਏ ਭੋਏ ਤਲਵੰਡੀ। ਇਉਂ ਸੁਨ ਆਏ ਊਚ ਅਰ ਨੀਚੋ। ਭਾਈ ਮਰਦਾਨੇ ਦਾ ਆਉਣਾ ਸੁਣ ਕੇ ਬਹੁਤ ਜਿਹੜੇ ਉੱਚੀਆਂ ਜਾਤਾਂ ਦੇ ਨੀਵੀਆਂ ਜਾਤਾਂ ਦੇ ਸਾਰੇ ਹੀ ਆਏ ਹੈ ਪ੍ਰੇਮ ਕਰਨ ਵਾਲੇ। ਭੀਰ ਭੂਰ ਤਿਹ ਕੇ ਘਰ ਹੋਈ। ਭਾਈ ਮਰਦਾਨਾ ਜੀ ਦੇ ਘਰ ਤੇ ਬਹੁਤ ਹੀ ਭੀੜ ਹੋ ਗਈ ਉਸ ਵੇਲੇ। ਮਿਲ ਹੈ ਕੁਸ਼ਲ ਬੁੱਝਹ ਸਭ ਕੋਈ। ਸਾਰੇ ਆਣ ਕੇ ਮਿਲਦੇ ਹੈ, ਰਾਜੀ ਖੁਸ਼ੀ ਸੁਖ ਸ਼ਾਂਤ ਪੁੱਛਦੇ ਹੈ। ਭਾਈ ਮਰਦਾਨਾ ਉਹਨਾਂ ਨੂੰ ਪੁੱਛਦਾ ਹੈ। ਕਰ ਹੈ ਪਰਸ ਪਰ ਨਰ ਬਖਿਆਨਾ। ਆਪੋ ਵਿੱਚ ਹੀ ਸਾਰੇ ਪੁਰਸ਼ ਪੁੱਛ ਗਿੱਛ ਕਰਦੇ ਹੈ, ਰਾਜੀ ਖੁਸ਼ੀ ਪੁੱਛਦੇ ਕਿਵੇਂ ਦਾ ਰਿਹਾ ਸਫ਼ਰ। ਸ੍ਰੀ ਨਾਨਕ ਸੰਗ ਥਾ ਮਰਦਾਨਾ। ਗੁਰੂ ਨਾਨਕ ਸਾਹਿਬ ਜੀ ਨਾਲ ਸੀ ਭਾਈ ਮਰਦਾਨਾ। ਐਵੇਂ ਕਹਿੰਦੇ ਆ ਆਪੋ ਵਿੱਚ ਸਾਰੇ। ਜਾਂ ਤੇ ਸ਼ੁਭ ਸੁਭਾਏ ਪਾਇਹ ਕੋ। ਕਹਿੰਦੇ ਵੇਖ ਲੋ ਗੁਰੂ ਨਾਨਕ ਸਾਹਿਬ ਜੀ ਨਾਲ ਰਹਿੰਦਾ ਸੀ ਮਰਦਾਨਾ। ਇਸੇ ਕਰਕੇ ਉਹਦਾ ਜਿਹੜਾ ਸੁਭਾਅ ਹੁਣ ਕਿੰਨਾ ਚੰਗਾ ਹੋ ਗਿਆ। ਪਹਿਲਾਂ ਤੇ ਬਹੁਤ ਕਾਲਾ ਪੈਂਦਾ ਹੁੰਦਾ ਸੀ। ਸਭ ਨਰ ਤੇ ਨਿਰਮਲ ਔਰ ਜਿਹ ਕੋ। ਜਿਸ ਭਾਈ ਮਰਦਾਨੇ ਦਾ ਹਿਰਦਾ ਜਿਹੜਾ ਹੈ ਸਾਰੇ ਪੁਰਸ਼ਾਂ ਨੂੰ ਨਿਰਮਲ ਉਜਲ ਹੋ ਗਿਆ। ਹੁਣ ਮధుਰ ਬਚਨ ਸਭ ਸੰਗ ਬਖਾਨਤਾ। ਵੇਖੋ ਸਾਰਿਆਂ ਨਾਲ ਮਿੱਠੇ ਤੇ ਪਿਆਰੇ ਬਚਨੀ ਕਹਿੰਦਾ ਹੈ। ਭਲੀ ਰੀਤ ਕਰ ਕਾ ਸਨਮਾਨਤ। ਗੁਰੂ ਸਾਹਿਬ ਜੀ ਨਾਲ ਰਹਿਣੇ ਕਰਕੇ ਚੰਗਾ ਸੁਭਾਅ ਹੋ ਗਿਆ ਹੈ, ਜਿਸ ਕਰਕੇ ਚੰਗੀ ਰੀਤੀ ਮਰਿਆਦਾ ਨਾਲ ਹੀ ਸਭ ਦਾ ਆਦਰ ਕਰਦਾ ਸਨਮਾਨ ਕਰਦਾ ਹੈ। ਜਿਹੜਾ ਵੀ ਆਉਂਦਾ ਨੂੰ ਜੀ ਆਇਆ ਹੀ ਕਹਿ ਰਿਹਾ ਹੈ। ਏਕ ਮਹੂਰਤ ਸਦਨ ਬਿਤਾਇਆ। ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਇੱਕ ਮਹੂਰਤ ਭਾਵ 2 ਘੜੀਆਂ 48 ਮਿੰਟ ਜਿਹੜੇ ਲੰਘਾਏ ਘਰ ਬੈਠਿਆਂ। ਮਿਲ ਪਰਿਵਾਰ ਹਿਰਦੇ ਹਰ ਖਾਇਆ। ਸਾਰਾ ਪਰਿਵਾਰ ਹੀ ਮਰਦਾਨਾ ਜੀ ਨੂੰ ਮਿਲ ਕੇ ਬਹੁਤ ਹਿਰਦੇ ਵਿੱਚ ਖੁਸ਼ ਹੋਇਆ ਹੈ ਤੇ ਭਾਈ ਮਰਦਾਨਾ ਵੀ ਖੁਸ਼ ਹੋਇਆ ਹੈ। ਅਪਰ ਜੇ ਲੋਕ ਮਿਲਨ ਤਿਸ ਆਏ। ਹੋਰ ਜਿਹੜੇ ਇਹ ਨਗਰ ਤਲਵੰਡੀ ਨਗਰ ਦੇ ਪੁਰਸ਼ ਮਿਲਣ ਵਾਸਤੇ ਭਾਈ ਮਰਦਾਨੇ ਨੂੰ ਆਏ ਸੀ। ਮਿਲਿਓ ਭਾਉ ਧਰ ਸਰਬ ਸੁਖ ਪਾਏ। ਬੜਾ ਪ੍ਰੇਮ ਧਾਰ ਕੇ ਸਭ ਨੂੰ ਮਿਲਿਆ ਭਾਈ ਮਰਦਾਨਾ। ਸਾਰਿਆਂ ਨੇ ਬੜੇ ਸੁਖ ਪਾਏ ਆ ਮਿਲ ਜੁਲ ਕੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਦੁਨੀ ਚੰਦ ਮਿਲਨ
ਭਗਨੀ ਮਿਲਨ ਤਲਵੰਡੀ ਆਵਨ ਪ੍ਰਸੰਗ ਵਰਨਨ ਨਾਮ ਚਤੁਰਥਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਦੇ ਹਿੱਸੇ ਦਾ ਚੌਥਾ ਅਧਿਆਇ ਜਿਹੜਾ ਸਮਾਪਤ ਹੋ ਗਿਆ ਹੈ। ਦੋਹਰਾ ਵਰਨਾ ਸੇਤ ਹੰਸ ਵਾਹਨੀ। ਨਵਾਂ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਜਿਹੜਾ ਹੈ ਮੰਗਲ ਕਰ ਰਹੇ ਆ, ਜੋ ਵਿਦਿਆ ਦੀ ਕਵਿਤਾ ਦੀ ਦਾਤੀ ਹੈ, ਵਿਦਿਆ ਦੀ ਦਾਤੀ ਹੈ, ਕਵਿਤਾ ਦੀ ਜੋ ਸ਼ਕਤੀ ਉਹਦਾ ਮੰਗਲ ਕਰ ਰਹੇ ਆ ਵੀ ਜਿਸ ਕਵਿਤਾ ਦੀ ਸ਼ਕਤੀ ਦਾ ਰੰਗ ਚਿੱਟਾ ਹੈ ਆਪਣਾ ਤੇ ਹੰਸ ਦੀ ਸਵਾਰੀ ਕਰਨ ਵਾਲੀ ਹੈ, ਜੋ ਜਗ ਬਾਣੀ ਰੂਪ, ਜੋ ਸੰਸਾਰ ਵਿੱਚ ਬਾਣੀ ਰੂਪ ਹੋ ਕੇ ਪ੍ਰਕਾਸ਼ ਰਹੀ ਹੈ। ਤਿਹ ਪਦ ਬੰਧਨ ਕਰ ਭਲੇ। ਐਸੀ ਕਵਿਤਾ ਦੀ ਸ਼ਕਤੀ ਦਾਤੀ ਦੇ ਚਰਨਾਂ ਉੱਪਰਾਂ, ਚਰਨ ਕਮਲਾਂ ਉੱਪਰ ਮੈਂ ਚੰਗੀ ਤਰ੍ਹਾਂ ਨਮਸਕਾਰ ਕਰਕੇ ਵਰਨਾ ਕਥਾ ਅਨੂਪ। ਸਤਿਗੁਰੂ ਜੀ ਦੀ ਜਿਹੜੀ ਅਨੂਪਮ ਸੁੰਦਰ ਕਥਾ ਹੈ, ਉਪਮਾ ਤੋਂ ਰਹਿਤ, ਉਹ ਵਰਣਨ ਕਰਦਾ ਕਹਿੰਦਾ ਹਾਂ। ਇਸ ਤਰ੍ਹਾਂ ਇਹ ਕਵੀਆਂ ਦੀ ਮਰਿਆਦਾ ਦਾ ਮੰਗਲ ਹੈ। ਜਿਹੜੇ ਕੋਈ ਗੁਰਮਤਿ ਦੇ ਧਾਰਨੀ ਸੰਤ ਮਹਾਂਪੁਰਸ਼ ਅਤੇ ਉਹ ਗੁਰਬਾਣੀ ਦੀ ਮਹਿਮਾ ਦਾ ਮੰਗਲ ਕਰ ਲੈਂਦੇ ਹੈ। ਵਰਨ ਸੇਤ ਹੰਸ ਵਾਹਨੀ, ਵੀ ਜੋ ਗੁਰੂ ਦੀ ਤੁਰਕੀ ਬਾਣੀ ਹੈ, ਗੁਰਬਾਣੀ ਹੈ, ਜਿਹੜਾ ਗੁਰਬਾਣੀ ਵਿੱਚ ਗਿਆਨ ਰੂਪੀ ਜੋ ਗਿਆਨ ਹੈ, ਗਿਆਨ ਰੂਪੀ ਚਿੱਟਾ ਇਹਦਾ ਰੰਗ ਹੈ। ਗੁਰਬਾਣੀ ਦਾ ਗਿਆਨ ਰੂਪੀ ਚਿੱਟਾ ਰੰਗ ਕਰ ਦੇਣ ਵਾਲੀ, ਬਖਸ਼ ਦੇਣ ਵਾਲੀ ਹੈ ਗੁਰਬਾਣੀ। ਹੰਸ ਬਾਣੀ ਜਿਹੜਾ ਵਿਵੇਕ ਰੂਪੀ ਹੰਸ ਹੈ, ਉਹਦੀ ਸਵਾਰੀ ਕਰਨ ਵਾਲੀ ਹੈ। ਦਾਸਾਂ ਦੇ ਹਿਰਦਿਆਂ ਦੇ, ਸਿੱਖ ਸੇਵਕਾਂ ਦੇ ਮਨਾਂ ਹਿਰਦਿਆਂ ਵਿੱਚ ਵਿਵੇਕ ਦਾ ਨਿਵਾਸ ਕਰ ਦੇਣ ਵਾਲੀ ਹੈ ਗੁਰਬਾਣੀ। ਜੋ ਜਗ ਬਾਣੀ ਰੂਪ, ਜੋ ਸੰਸਾਰ ਵਿੱਚ ਧੁਰਕੀ ਬਾਣੀ ਰੂਪ ਹੋ ਕੇ ਬਿਰਾਜ ਰਹੀ ਹੈ, ਸਜ ਰਹੀ ਹੈ। ਤਿਹ ਪਦ ਬੰਧਨ ਕਰ ਭਲੇ। ਉਸ ਧੁਰਕੀ ਬਾਣੀ ਦੇ ਸ਼ਬਦ ਰੂਪੀ ਚਰਨਾਂ ਉੱਪਰ ਚੰਗੀ ਤਰ੍ਹਾਂ ਮੈਂ ਕਵੀ ਨਮਸਕਾਰ ਕਰਕੇ ਵਰਨਾ ਕਥਾ ਅਨੂਪ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਉਪਮਾ ਤੋਂ ਰਹਿਤ ਸੁੰਦਰ ਅਨੂਪਮ ਕਥਾ ਵਰਣਨ ਕਰਦਾ ਕਹਿੰਦਾ ਹਾਂ। ਸ੍ਰੀ ਬਾਲਾ ਸੰਦਰਵਾਚ ਚੌਪਈ ਦਵੈ ਘਟਕਾ ਬੀਤੇ ਤਤਕਾਲੋ। ਉਸ ਵੇਲੇ ਭਾਈ ਮਰਦਾਨਾ ਜੀ ਨੂੰ ਘਰ ਵਿੱਚ ਬੈਠਿਆ 2 ਘੜੀਆਂ 48 ਕੁ ਮਿੰਟ ਬੀਤੇ ਆ, ਲੰਘੇ ਐ। ਚੱਲਿਓ ਜਹਾਂ ਥੋ ਆਲਾ ਕਾਲੂ। ਬੜੀ ਛੇਤੀ 2 ਘੜੀਆਂ ਦਾ ਸਮਾਂ ਬੀਤਿਆ ਤੇ ਭਾਈ ਮਰਦਾਨਾ ਘਰ ਚੋਂ ਚੱਲਿਆ ਹੈ, ਜਿੱਥੇ ਸਤਿਗੁਰੂ ਜੀ ਦੇ ਪਿਤਾ ਭਾਵ ਗੁਰੂ ਸਾਹਿਬ ਦਾ ਘਰ ਹੈ, ਕਲਿਆਣ ਚੰਦ ਜੀ ਦੇ ਘਰ ਆ ਗਿਆ ਸੀ। ਆਗਾ ਸ੍ਰੀ ਨਾਨਕ ਕੀ ਮਾਤਾ। ਜਿੱਧਰ ਭਾਈ ਮਰਦਾਨਾ ਆ ਰਿਹਾ ਸੀ, ਉੱਧਰ ਪਹਿਲਾਂ ਹੀ ਅੱਗੋਂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਾਤਾ ਜੀ, ਤ੍ਰਿਪਤਾ ਨਾਮ ਜੋ ਥੀ ਬਖਿਆਤਾ, ਜਿਨ੍ਹਾਂ ਦਾ ਨਾਮ ਤ੍ਰਿਪਤਾ, ਮਾਤਾ ਤ੍ਰਿਪਤਾ ਜੀ ਹੈ ਸੀ। ਕਈ ਤ੍ਰਿਪਤਾ ਦੇਵੀ ਵੀ ਕਹਿ ਦਿੰਦੇ ਐ। ਜਬ ਆਵਤ ਦੇਖਿਓ ਮਰਦਾਨਾ। ਜਦੋਂ ਇਹ ਮਾਤਾ ਤ੍ਰਿਪਤਾ ਜੀ ਨੇ ਵੀ ਮਰਦਾਨਾ ਆ ਰਿਹਾ, ਮਰਦਾਨੇ ਨੂੰ ਆਉਂਦਿਆਂ ਦੇਖਿਆ। ਗੁਰ ਸੋ ਲਾ ਬਿਰਾਗ ਬਹੁ ਠਾਨਾ। ਦੁਬਾਰਾ ਪੜ੍ਹ। ਘਰ ਸੋ ਲਾ ਬਿਰਾਗ ਬਹੁ ਠਾਨਾ। ਜਦੋਂ ਹੀ ਨੇੜੇ ਆਇਆ ਭਾਈ ਮਰਦਾਨਾ, ਕੰਠ ਨਾਲ ਲਾ ਲਿਆ ਹੈ, ਬਹੁਤ ਮਾਤਾ ਨੇ ਵਿਰਾਗ ਕੀਤਾ ਹੈ। ਭਇਓ ਮੋਹ ਸਰਤਾ ਸੋ ਪ੍ਰਵਾਹ। ਮਾਨੋ ਕਿ ਜਿਹੜਾ ਮੋਹ ਰੂਪੀ ਨਦੀ ਹੈ ਤਾਂ ਤੇਜ਼ੀ ਪ੍ਰਵਾਹ ਜਿਹੜਾ ਹੋਇਆ ਹੈ, ਚੱਲ ਪਿਆ ਹੈ। ਧੀਰਜ ਸਿਕਤਾ ਸੇਤ ਨਸਾਹ। ਮਾਤਾ ਦਾ ਜਿਹੜਾ ਧੀਰਜ ਰੂਪੀ ਰੇਤਾ ਦਾ ਪੁਲ ਹੈ, ਉਹਦੇ ਨਾਸ ਹੋ ਗਿਆ, ਟੁੱਟ ਗਿਆ, ਖੁਰ ਗਿਆ ਮੋਹ ਰੂਪੀ ਨਦੀ ਦੇ ਵੇਗ ਨਾਲ। ਵਾਕ ਜੋ ਤਿਨ ਸਭ ਦੀਏ ਰੁੜਾਈ। ਮਾਤਾ ਦੇ ਜਿਹੜੇ ਬਚਨ ਸਨ, ਉਹ ਤਿਣਕੇ ਵਾਂਗ
ਸਭ ਰੋੜ ਦਿੱਤੇ ਐ ਮੋਹ ਰੂਪੀ ਨਦੀ ਦੇ ਵੇਗ ਨੇ। ਕਹੈ ਬਹੁਤ ਨਹਿ ਧੀਰਤ ਰਾਈ। ਭਾਈ ਮਰਦਾਨਾ ਬਹੁਤ ਕਹਿੰਦਾ ਹੈ, ਮਾਤਾ ਜੀ ਇਸ ਤਰ੍ਹਾਂ ਨਾ ਕਰੋ, ਪਰ ਮਾਤਾ ਜੀ ਧੀਰਜ ਨਹੀਂ ਰੱਖ ਰਹੇ। ਸ੍ਰੀ ਨਾਨਕ ਕੋ ਭਾ ਅਨੁਰਾਗਾ। ਕਿਉਂਕਿ ਪੁੱਤਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰੇਮ ਹੈ ਉਹ ਮਾਤਾ ਜੀ ਹਿਰਦੇ ਅੰਦਰ ਬਹੁਤ ਹੋ ਆਇਆ ਹੈ। ਕੀਨ ਜਨਨੀ ਬਹੁ ਬੈਰਾਗਾ। ਜਿਸ ਕਰਕੇ ਮਾਤਾ ਜੀ ਨੇ ਬਹੁਤ ਵੈਰਾਗ ਕੀਤਾ, ਬਹੁਤ ਅਥਰੂ ਘੇਰਦੇ ਹੈ। ਕਿਤਕ ਦੇਰ ਮਹਿ ਧੀਰਜ ਧਰਕਾ। ਕਿੰਨਾ ਚਿਰ ਵੈਰਾਗ ਕਰਕੇ ਤੇ ਕਿੰਨੇ ਸਮੇਂ ਬਾਅਦ ਹੀ ਧੀਰਜ ਹਿਰਦੇ ਵਿੱਚ ਧਾਰ ਕੇ ਰੱਖ ਗਏ। ਪੂਜਨ ਲੱਗੀ ਸੋ ਬਚਨ ਉਚਰਕਾ। ਮਾਤਾ ਜੀ ਬਚਨ ਕਹਿ ਕਰਕੇ ਮੁਖ ਤੋਂ ਮਰਦਾਨੇ ਨੂੰ ਪੁੱਛਣ ਲੱਗੇ ਐ, ਸੁਤ ਨਾਨਕ ਕੀ ਖਬਰ ਸੁਨਾਵਹੁ। ਐ ਵੀ ਮਰਦਾਨੇ ਸਾਡੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਖਬਰ ਸੁਣਾ ਮੈਨੂੰ ਮਾਂ ਨੂੰ। ਤਜਿਓ ਥਾਨ ਕਹਿ ਮੋਹਿ ਬਤਾਵਹੁ। ਮੈਨੂੰ ਇਹ ਵੀ ਦੱਸ ਵੀ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਕਿਸ ਥਾਂ ਤੇ ਤੂੰ ਛੱਡ ਕੇ ਆ ਗਿਆ ਹੈ। ਜਬ ਕੇ ਨਿਕਸੇ ਤੁਮ ਘਰ ਮਾਹੀ। ਮਰਦਾਨਿਆ ਜਦੋਂ ਦੇ ਤੁਸੀਂ ਆ ਘਰ ਵਿੱਚੋਂ ਭਾਈ ਬਾਲਾ ਤੂੰ ਮਰਦਾਨਾ ਤੇ ਸੁਪੁੱਤਰ ਗੁਰੂ ਨਾਨਕ ਸਾਹਿਬ ਨਿਕਲੇ ਐ, ਤਬ ਕੀ ਸੁਧ ਆਈ ਕਬ ਨਾਹੀ। ਉਦੋਂ ਦੀ ਜਿਹੜੀ ਖਬਰ ਸਾ ਤੁਹਾਡੀ ਕਦੀ ਨਹੀਂ ਆਈ ਹੈ ਵੀ ਮਰਦਾਨਾ ਕਿੱਥੇ ਹੈ, ਭਾਈ ਬਾਲਾ ਕਿੱਥੇ ਹੈ, ਗੁਰੂ ਨਾਨਕ ਸਾਹਿਬ ਪੁੱਤਰ ਕਿੱਥੇ ਹਨ। ਮਮ ਸੁਤ ਸਭ ਤਜ ਕੈ ਘਰ ਬਾਰਾ। ਵੇਖ ਲਾ ਮਰਦਾਨਿਆ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਤੇ ਸਾਰਾ ਘਰ ਬਾਰ ਹੀ ਛੱਡ ਕੇ। ਫਕੀਰ ਕਿਆ ਹਿਰਦੈ ਵਿਚਾਰਾ। ਪਤਾ ਨਹੀਂ ਵੀ ਪੁੱਤਰ ਨੇ ਹਿਰਦੇ ਵਿੱਚ ਕੀ ਵਿਚਾਰਿਆ ਤੇ ਫਕੀਰ ਹੀ ਬਣ ਗਿਆ ਹੈ। ਨਿਸ ਦਿਨ ਕਰਤਿਓ ਰੁਦਨ ਬਿਤਾਓ। ਮਰਦਾਨਿਆ ਮੈਂ ਤੇ ਰਾਤ ਦਿਨ ਰੋ ਕਰਕੇ ਹੀ ਸਮਾਂ ਲਗਾਉਂਦੀ ਆ, ਰੋਣਾ ਹੀ ਕਰਦੀ ਆ ਹਰ ਵੇਲੇ। ਕਰ ਔਰ ਯਾਦ ਬੈਠ ਪਛਤਾਓ। ਤੇਰੇ ਦੇ ਵਿੱਚ ਯਾਦ ਕਰ ਕਰਕੇ ਬੈਠੀ ਹੋਈ ਬਹੁਤ ਪਛਤਾਉਂਦੀ ਆ ਵੀ ਪੁੱਤਰ ਇੱਕੋ ਹੀ ਇੱਕ ਸੀ, ਉਹ ਵੀ ਚਲਾ ਗਿਆ ਹੈ। ਵਿਦ ਨਾ ਇੱਕ ਸੁਤ ਦੀਨੋ ਮੋਹੀ। ਵੇਖ ਲੋ ਪਰਮੇਸ਼ਰ ਦੀ ਵਿਧੀ ਵਿਧਾਨ ਵੀ ਉਹ ਮਾਲਕ ਨੇ ਇੱਕ ਹੀ ਪੁੱਤਰ ਦਿੱਤਾ ਸੀ ਸਾਨੂੰ। ਨਹ ਸਮੀਪ ਕਬ ਰਾਖਿਓ ਉਹੀ। ਉਹ ਵੀ ਉਸ ਮਾਲਕ ਨੇ ਕਦੀ ਮੇਰੇ ਕੋਲ ਨਹੀਂ ਰੱਖਿਆ, ਆ ਦੂਰ ਹੀ ਕਰ ਦਿੱਤਾ, ਵਿਛੋੜ ਕੇ ਹੀ ਰੱਖ ਦਿੱਤਾ ਹੈ। ਦੋਹਰਾ ਕਾਲੂ ਕੇ ਤਬ ਅਜਰ ਮਹ। ਉਸ ਵੇਲੇ ਪਿਤਾ ਕਲਿਆਣ ਚੰਦ ਜੀ ਦੇ ਵਿਹੜੇ ਦੇ ਵਿੱਚ ਪੁੰਜ ਭਏ ਨਰ ਆਏ। ਭਾਈ ਮਰਦਾਨੇ ਦੇ ਆਉਣੇ ਕਰਕੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਪਾਸੋਂ ਆਇਆ ਹੈ। ਜਿਹੜੇ ਪ੍ਰੇਮ ਪਿਆਰ ਕਰਨ ਵਾਲੇ ਤਲਵੰਡੀ ਨਗਰ ਦੇ ਸਾਰੇ ਪੁਰਸ਼ ਮਾਈ ਭਾਈ ਬਹੁਤ ਆ ਖੜੇ ਹੋਏ ਘਰ। ਸੁਨ ਕਰ ਮਾਤਾ ਕੇ ਬਚਨਾ। ਸੁਣ ਕਰਕੇ ਮਾਤਾ ਦੇ ਬਚਨ ਮਰਦਾਨਾ ਤਬ ਗਾਏ। ਭਾਈ ਮਰਦਾਨਾ ਉਸ ਵੇਲੇ ਕਹਿਣ ਲੱਗਾ, ਚੌਪਈ ਜਬ ਸੁਲਤਾਨਪੁਰੇ ਹਮ ਆਹੇ। ਇਹ ਟਾਲ ਮਟੋਲ ਜਿਹਾ ਕਰਨ ਵਾਸਤੇ, ਕਿਉਂਕਿ ਸਤਿਗੁਰੂ ਜੀ ਨੇ ਮਨਾ ਕੀਤਾ ਸੀ, ਜਿਸ ਕਰਕੇ ਕਹਿਣ ਲੱਗੇ ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਵਿੱਚ ਮੈਂ ਭਾਈ ਬਾਲਾ ਗੁਰੂ ਨਾਨਕ ਸਾਹਿਬ ਜੀ ਇਕੱਠੇ ਰਹਿੰਦੇ ਹੈਗੇ ਸੀ। ਤਬ ਸ੍ਰੀ ਨਾਨਕ ਕੇ ਸੰਗ ਰਹੇ। ਉੱਥੇ ਸੁਲਤਾਨਪੁਰ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਹੀ ਇਕੱਠੇ ਰਹਿੰਦੇ ਸਾਂ। ਕੌਣ ਸੁਧ ਨਹ ਤਿਹ ਤੇ ਪਛਾਤੀ। ਜਦੋਂ ਗੁਰੂ ਸਾਹਿਬ ਜੀ ਉੱਥੋਂ ਚਲੇ ਗਏ ਫਿਰ ਉਤੋਂ ਪਿੱਛੋਂ ਮੈਨੂੰ ਕੋਈ ਖਬਰ ਸਾਰ ਨਹੀਂ, ਕੋਈ ਖਬਰ ਨਹੀਂ ਹੈ ਵੀ ਕਿੱਥੇ ਹੈ ਹੁਣ। ਕਿਤ ਕੋ ਗਇਓ ਨਾ ਜਾਣਿਓ ਜਾਤੀ। ਕਿੱਧਰ ਨੂੰ ਗਏ ਆ ਗੁਰੂ ਸਾਹਿਬ ਜੀ, ਕੁਝ ਜਾਣਿਆ ਨਹੀਂ ਜਾਂਦਾ। ਇੱਥੇ ਭਾਈ ਸਾਹਿਬ ਜੀ ਨੇ ਟੂਕ ਦਿੱਤੀ ਹੋਈ ਹੈ ਵੀ ਭਾਈ ਮਰਦਾਨਾ ਉਸ ਵੇਲੇ ਵੀ ਚੁੱਪ ਹੀ ਰਿਹਾ ਸੀ। ਸੁਨ ਮਾਤਾ ਔਰ ਬਹੁ ਅਕਲਾਈ। ਸੁਣ ਕਰਕੇ ਮਾਤਾ ਜੀ ਹਿਰਦੇ ਵਿੱਚ ਬਹੁਤ ਵਿਆਕੁਲ ਜੀ ਹੋ ਆਈ ਹੈ। ਜਨ ਬ੍ਰਿਣ ਪਾ ਕੇ ਪਾਵਕ ਲਾਈ। ਮਾਨੋ ਕਿ ਫੋੜਾ ਪੱਕਿਆ ਪਿਆ ਹੈ ਤੇ ਉਹਦੇ ਉੱਪਰ ਅੱਗ ਹੀ ਕਿਸੇ ਨੇ ਲਾ ਦਿੱਤੀ ਹੈ। ਦੁੱਖ ਰੂਪੀ ਫੋੜਾ ਤੇ ਪਹਿਲਾਂ ਹੀ ਬੜਾ ਪੱਕਿਆ ਪਿਆ ਵਿਛੋੜੇ ਕਰਕੇ
ਇਹ ਬਚਨ ਰੂਪੀ ਮਾਨੋ ਆਗੀ ਲਾ ਦਿੱਤੀ ਹੈ ਭਾਈ ਮਰਦਾਨੇ ਨੇ। ਬੋਲ ਨਾ ਆਵ ਬਿਕਲ ਤਨ ਹੋਈ। ਮੁਖ ਤੋਂ ਕੋਈ ਬਚਨ ਹੀ ਨਹੀਂ ਆ ਰਿਹਾ, ਸਰੀਰ ਕਰਕੇ ਵਿਆਕਲ ਹੋ ਗਏ ਮਾਤਾ ਜੀ। ਜਨ ਸੁਤ ਬਿਰਹੋ ਮੈਂ ਧਰ ਕੈ ਸੋਈ। ਮਾਨੋ ਕਿ ਪੁੱਤਰ ਦੇ ਵਿਛੋੜੇ ਦੇ ਵਿੱਚ ਮਾਤਾ ਤੇ ਐਵੇਂ ਸੌਂ ਹੀ ਗਈ ਹੈ, ਬੇਹੋਸ਼ ਹੀ ਹੋ ਗਈ ਹੈ। ਇਕ ਤੋ ਬ੍ਰਿਧਹੀਨ ਬਲ ਦੇਹੀ। ਇੱਕ ਤੋਂ ਬਿਰਧ, ਇੱਕ ਤੇ ਮਾਤਾ ਜੀ ਬਜ਼ੁਰਗ ਹੋ ਗਏ ਹੈ, ਤੇ ਇੱਕ ਤੇ ਮਾਤਾ ਬਜ਼ੁਰਗ ਹੋਏ ਆ, ਫਿਰ ਸਰੀਰ ਵਿੱਚ ਬਲ ਵੀ ਨਹੀਂ ਰਿਹਾ, ਕਮਜ਼ੋਰ ਹੋ ਗਿਆ ਸਰੀਰ। ਕੋਨ ਨਾ ਪਾਏ ਸੁਧ ਤਾਤ ਸਨੇਹੀ। ਫਿਰ ਪੁੱਤਰ ਦੀ ਜਿਹੜੀ ਹੈ ਵੀ ਪ੍ਰੇਮ ਪਿਆਰ ਹੈ ਗੁਰੂ ਨਾਨਕ ਸਾਹਿਬ ਜੀ ਨਾਲ, ਉਹ ਵੀ ਖਬਰਸਾਰ ਨਹੀਂ ਪਾ ਰਹੇ ਵੀ ਕਿੱਥੇ ਹੈ ਗੁਰੂ ਨਾਨਕ ਸਾਹਿਬ। ਜਾਨਤ ਹੋਤੀ ਸੰਗ ਮਰਦਾਨਾ। ਕਿਉਂਕਿ ਮਾਤਾ ਜੀ ਤੇ ਹੀ ਜਾਣਦੀ ਸਮਝਦੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਮਰਦਾਨਾ ਰਹਿ ਰਿਹਾ ਹੈ। ਤਿਨ ਅਸ ਦੁਖ ਦਾ ਬਚਨ ਬਖਾਨਾ। ਉਹਨੇ ਮਰਦਾਨੇ ਨੂੰ ਪੁੱਛਿਆ ਵੀ ਸਾਡੇ ਸੁਪੁੱਤਰ ਕਿੱਥੇ ਹੈ, ਤੇ ਇਹਨੇ ਵੀ ਇਸ ਤਰ੍ਹਾਂ ਦਾ ਦੁੱਖ ਦੇਣ ਵਾਲਾ ਬਚਨ ਕਹਿ ਦਿੱਤਾ ਵੀ ਮਾਤਾ ਜੀ ਮੈਨੂੰ ਤੇ ਪਤਾ ਨਹੀਂ ਹੈ, ਤੇ ਕਿੰਨੇ ਸਾਲ ਬੀਤ ਗਏ ਹੈ। ਜਿਉ ਸੁਖ ਤੰਗ ਮਰਮ, ਜਿਉ ਸੁਖ ਤੰਗ ਮਰਮ ਦੇ ਭੇਦਾ। ਗੁਰੂ ਅੰਗਦ ਦੇਵ ਸਾਹਿਬ ਜੀ ਤੇ ਇਵੇਂ ਹੋ ਗਿਆ ਜਿਵੇਂ ਤੀਰ ਬੜਾ ਨਰਮ ਦਾ ਜਿਹੜਾ ਸਥਾਨ ਨੂੰ, ਭੇਦ ਵਾਲੇ ਸਥਾਨ ਨੂੰ ਵਿੰਨ ਕੇ ਰੱਖ ਦਿੰਦਾ ਹੈ। ਪਰੀ ਬਿਬਰਨ ਹੋਏ ਅਤ ਖੇਦਾ। ਮਾਤਾ ਜੀ ਸੁਣ ਕੇ ਇਹ ਬਚਨਾ ਰੂਪੀ ਜਿਹੜਾ ਤੀਰ ਹਿਰਦੇ ਵਿੱਚ ਵੱਜਾ, ਵਿੰਨ ਕੇ ਰੱਖ ਦਿੱਤਾ ਹੈ, ਤੇ ਮਾਤਾ ਜੀ ਵਿਆਕਲ ਹੋਏ ਹੈ। ਜਿਸ ਕਰਕੇ ਵਿਆਕਲ ਜੇ ਹੋਏ ਤੇ ਆ ਧਰਤੀ ਬੇਰੰਗ ਜੇ ਹੋ ਗਿਆ, ਰੰਗ ਜਿਹਾ ਫਿੱਕਾ ਪੈ ਗਿਆ, ਤੇ ਧਰਤੀ ਉੱਪਰ ਹੀ ਪੈ ਗਏ ਮਾਤਾ ਜੀ। ਕਿਤਕ ਬਾਰ ਮਹਿ ਪੁਨ ਸੁਧ ਆਈ। ਸੁਧ ਆਈ, ਕਿੰਨੇ ਸਮੇਂ ਬਾਅਦ ਹੀ ਮਾਤਾ ਜੀ ਨੂੰ ਸੁਧ ਹੋਸ਼ ਆਈ ਹੈ। ਲੋਚਨ ਤੇ ਆਸਨ ਜਲ ਜਾਈ। ਜਦੋਂ ਸੁਧ ਆਈ ਹੈ, ਹੋਸ਼ ਆਈ ਹੈ, ਨੇਤਰਾਂ ਤੋਂ ਜਿਹੜਾ ਅਥਰੂ ਜਿਹਾ ਦੇ ਆਈ ਜਾਂਦੇ ਆ, ਜਲ ਜਾਈ ਜਾਂਦਾ ਹੈ। ਚਤੁਰ ਘਟੀ ਬੈਠਿਓ ਮਰਦਾਨਾ। ਇੱਧਰ ਭਾਈ ਮਰਦਾਨਾ 4 ਘੜੀਆਂ ਬੈਠਾ ਰਿਹਾ ਸੀ ਉੱਥੇ। ਪੁਨ ਉਠ ਚੱਲਿਓ ਪ੍ਰਭੂ ਜਿਹ ਥਾਨਾ। ਫਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਤੇਜ ਭਾਣ ਦੇ ਖੂਹ ਤੇ ਬੈਠੇ ਹੋਏ ਉਧਰ ਨੇ ਉੱਠ ਕੇ ਚੱਲ ਪਿਆ ਭਾਈ ਮਰਦਾਨਾ। ਤਬ ਤ੍ਰਿਪਤਾ ਔਰ ਧੀਰਜ ਧਰਕਾ। ਉਸ ਵੇਲੇ ਮਾਤਾ ਤ੍ਰਿਪਤਾ ਜੀ ਹਿਰਦੇ ਵਿੱਚ ਧੀਰਜ ਰੱਖ ਕੇ ਇਸ ਬੇਲੋਕ ਔਰ ਰਾਹੀ ਵਿਚਰਕਾ। ਹਿਰਦੇ ਵਿੱਚ ਵਿਚਾਰ ਕੀਤੀ ਭਾਈ ਮਰਦਾਨੇ ਨੂੰ ਵੇਖ ਕੇ ਵੀ ਇਹ ਉੱਠ ਕੇ ਕਿੱਧਰ ਚੱਲਿਆ ਹੈ। ਵਹਿਰ ਚੱਲਿਓ ਉਠ ਤੂਰਨ ਜਹਵਾ। ਮਾਤਾ ਜੀ ਨੇ ਅਨੁਮਾਨ ਲਾਇਆ ਵੀ ਜਿੱਥੇ ਇਹ ਮਰਦਾਨਾ ਉੱਠ ਕੇ ਬਾਹਰ ਚੱਲਿਆ ਹੈ, ਹੋਏ ਆਤਮਜ ਮੇਰੋ ਤਹਵਾ। ਐਵੇਂ ਅਨੁਮਾਨ ਲੱਗ ਰਿਹਾ ਵੀ ਉੱਥੇ ਮੇਰੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਵੀ ਜ਼ਰੂਰ ਹੋਣਗੇ। ਬਹੁਤ ਦਿਨ ਬੀਤੇ ਆਇਓ ਘਰ ਮਾਹੀ। ਵੇਖ ਲੋ ਕਿੰਨੇ ਦਿਨ ਬੀਤ ਗਏ, ਤੇ ਮਰਦਾਨਾ 12 ਸਾਲਾਂ ਬਾਅਦ ਘਰ ਵਿੱਚ ਆਇਆ ਹੈ। ਬਾਸਰ ਰਹਿਓ ਏਕ ਭੀ ਨਾਹੀ। ਵੀ ਆਜ ਕਮਾਲ ਦੀ ਗੱਲ ਹੈ ਵੀ ਇੰਨੇ ਸਮੇਂ ਬਾਅਦ ਅੱਜ ਇੱਕ ਦਿਨ ਵੀ ਜਿਹੜਾ ਆਪਣੇ ਘਰ ਹੀ ਨਹੀਂ ਰਿਹਾ। ਦੋਹਰਾ ਇਸ ਬਿਦ ਜਨਨੀ ਮਨ ਗੁਣਤ। ਇਸ ਤਰ੍ਹਾਂ ਮਾਤਾ ਜੀ ਆਪਣੇ ਮਨ ਵਿੱਚ ਵਿਚਾਰ ਕਰ ਰਹੇ ਸੀ। ਮధుਰ ਅਸਨ ਲੈ ਓਲ। ਮਨ ਵਿੱਚ ਵਿਚਾਰ ਕਰਕੇ ਮਿੱਠੇ ਜਿਹੜੇ ਭੋਜਨ ਝੋਲੀ ਵਿੱਚ ਲੈ ਲਏ ਐ। ਤੂਰਨ ਗਵਨੀ ਤਾਏ ਕਰ। ਫਿਰ ਮਾਤਾ ਤ੍ਰਿਪਤਾ ਜੀ ਬੜੀ ਛੇਤੀ ਚੱਲੀ ਹੈ ਦੌੜ ਕਰਕੇ। ਲੀਨੇ ਰੁਚਿਰਨ ਚੋਲ। ਜਿਹੜੇ ਸੋਹਣੇ ਜਿਹੜੇ ਵਸਤਰ ਹੈ ਚੋਲੇ ਹੈ ਵੀ ਸਤਿਗੁਰੂ ਜੀ ਨੂੰ ਮੈਂ ਪਹਿਨਾਵਾਂਗੀ ਜਾ ਕੇ, ਉਹ ਨਾਲ ਲੈ ਲਏ ਐ। ਚੌਪਈ
ਮਿਲੀ ਗਾਲ ਮੈਂ ਜਹ ਮਰਦਾਨਾ। ਜਿੱਥੇ ਭਾਈ ਮਰਦਾਨਾ ਰਸਤੇ ਵਿੱਚ ਜਾ ਰਿਹਾ ਸੀ, ਹੌਲੀ ਹੌਲੀ ਮਾਤਾ ਜੀ ਉੱਥੇ ਜਾ ਮਿਲੇ ਐ। ਆਤੁਰ ਹੋਇ ਕਰ ਬਚਨ ਬਖਾਨਾ। ਬੜੇ ਵਿਆਕਲ ਜੀ ਮਨ ਵਿੱਚ ਕਸ਼ਟ ਜਾ ਠਾ ਕੇ ਬਚਨ ਕਿਹਾ। ਸੁਤ ਨਾਨਕ ਸੋ ਮੇਲਹੁ ਮੋਕੋ। ਮਰਦਾਨਿਆ ਮੈਨੂੰ ਗੁਰੂ ਨਾਨਕ ਸਹਿ ਸਪੁੱਤਰ ਨਾਲ ਮੇਲ ਮਿਲਾਪ ਕਰਾ ਦੇ। ਸੁਧ ਮਰਦਾਨੇ ਹੈ ਕਹੋ ਤੋ ਕੋ। ਮਰਦਾਨਿਆ ਤੈਨੂੰ ਗੁਰੂ ਨਾਨਕ ਸਾਹਿਬ ਜੀ ਸਾਰੀ ਖਬਰ ਸਾਰ ਹੈ, ਤੂੰ ਦੱਸ ਦੇ ਮੈਨੂੰ ਮੇਲ ਮਿਲਾਪ ਮੇਰਾ ਕਰਾ ਦੇ। ਬਹੁਤ ਬਰਖ ਪੇ ਦੇਖਿਓ ਨਾਹੀ। ਕਿਉਂਕਿ ਬਹੁਤ ਸਾਲ ਹੋ ਗਏ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਦੇਖਿਆ ਹੀ ਨਹੀਂ ਹੈ, ਤੱਕਿਆ ਹੀ ਨਹੀਂ ਹੈ ਕਦੀ। ਮੋਹ ਬੜਿਓ ਅਤ ਸੈ ਮਨ ਮਾਹੀ। ਜਿਸ ਕਰਕੇ ਮੇਰੇ ਮਨ ਵਿੱਚ ਮਾਂ ਦੇ ਬਹੁਤ ਮੋਹ ਵਧਿਆ ਹੈ ਪੁੱਤਰ ਨੂੰ ਦੇਖਣ ਦਾ। ਸੁਨ ਮਰਦਾਨੇ ਤੂਸ਼ਨ ਕੀਨੰ। ਸੁਣ ਕਰਕੇ, ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਹੋਇਆ ਸੀ ਵੀ ਮਰਦਾਨਾ ਜੀ ਸਾਡੇ ਘਰ ਵਿੱਚ ਕਿਸੇ ਨੂੰ ਨਹੀਂ ਦੱਸਣਾ ਵੀ ਅਸੀਂ ਬਾਹਰ ਖੂਹ ਦੇ ਉੱਪਰ ਬੈਠੇ ਹੋਏ ਹਾਂ। ਇਹ ਇਸ ਕਰਕੇ ਭਾਈ ਮਰਦਾਨਾ ਚੁੱਪੀ ਕੀਤੇ ਰਹੇ। ਗੁਰ ਭੈ ਲਖਿਓ ਨਾ ਉਤਰ ਦੀਨੰ। ਗੁਰੂ ਜੀ ਦਾ ਭੈ ਜਾਣਿਆ ਵੀ ਜੇ ਦੱਸ ਦਿੱਤਾ ਤੇ ਮਹਾਰਾਜ ਕਹਿਣਗੇ ਵੀ ਤੈਨੂੰ ਪਹਿਲਾਂ ਹੀ ਦੱਸਿਆ ਸੀ, ਕਿਹਾ ਸੀ, ਫਿਰ ਵੀ ਦੱਸ ਦਿੱਤਾ ਹੈ। ਜਿਸ ਕਰਕੇ ਮਾਤਾ ਦੇ ਕਹੇ ਹੋਏ ਬਚਨਾਂ ਦਾ ਉੱਤਰ ਨਹੀਂ ਦਿੱਤਾ, ਚੁੱਪੀ ਕੀਤੇ ਰਹੇ। ਜਨਨੀ ਜਾਣਾ ਗਈ ਤਹ ਬਾਤਾ। ਉਸ ਵੇਲੇ ਭਾਈ ਮਰਦਾਨੇ ਦੀ ਜਿਹੜੀ ਗੱਲਬਾਤ ਹੈ ਨਾ, ਮਾਤਾ ਜਾਣ ਗਈ, ਸਮਝ ਗਈ। ਚਲੀ ਤਬ ਹੈ ਤਹ ਕੇ ਪਛਾਤਾ। ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਮਾਤਾ ਜੀ ਚੱਲੇ ਜਾ ਰਹੇ ਸਨ। ਜਹ ਬੈਠੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਜਿੱਥੇ ਸਤਿਗੁਰੂ ਜੀ ਉਹ ਖੂਹ ਦੇ ਉੱਪਰ ਬੈਠੇ ਹੋਏ ਸੀ, ਰੁੱਖ ਦੇ ਹੇਠਾਂ। ਪਹੁੰਚਤ ਭੇ ਤਹ ਕੂਪ ਸਮੀਪਾ। ਉਸ ਖੂਹ ਦੇ ਕੋਲ ਭਾਈ ਮਰਦਾਨਾ ਤੇ ਮਾਤਾ ਜੀ ਜਾ ਪਹੁੰਚੇ। ਦੋਹਰਾ ਮਾਤ ਬਿਲੋਕੀ ਦੂਰ ਤੇ। ਜਦੋਂ ਹੀ ਸਤਿਗੁਰੂ ਜੀ ਨੇ ਮਾਤਾ ਨੂੰ ਦੇਖਿਆ ਦੂਰੋਂ ਹੀ ਆਉਂਦਿਆਂ, ਤੂਰਨ ਉਠ ਸੁਖਦਾਏ। ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ ਬੜੀ ਛੇਤੀ ਉੱਠ ਗਏ। ਚਰਨ ਬੰਦਨਾ ਸੀਸ ਧਰ। ਆਪਣਾ ਸੀਸ ਮਾਤਾ ਜੀ ਦੇ ਚਰਨਾਂ ਉੱਪਰ ਰੱਖ ਕੇ ਤੇ ਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਕੀਨੀ ਆਗੇ ਆਏ। ਅੱਗੇ ਆਪ ਆ ਕੇ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਜੀ ਪਿੱਛੇ ਨਹੀਂ ਬੈਠੇ ਰਹੇ। ਚੌਪਈ ਕੌਰੀ ਭਰ ਨਾਨਕ ਕੋ ਜਨਨੀ। ਉਸ ਵੇਲੇ ਮਾਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੱਫੀ ਵਿੱਚ ਗਲਵੱਕੜੀ ਵਿੱਚ ਭਰ ਕੇ ਲੈ ਕੇ ਰੋਦਨ ਕਰਤ ਨਾ ਜਾਈ ਗਨਨੀ। ਮਾਤਾ ਜੀ ਨੇ ਇੰਨਾ ਵਿਰਾਗ ਕੀਤਾ ਹੈ। ਇੱਥੇ ਕਵੀ ਸਾਹਿਬ ਜੀ ਲਿਖ ਰਹੇ, ਕਹਿੰਦੇ ਉਹ ਦੱਸਿਆ ਨਹੀਂ ਜਾ ਸਕਦਾ ਵਿਚਾਰ ਕੇ ਵੀ ਮਾਤਾ ਜੀ ਨੇ ਉਸ ਵੇਲੇ ਕਿੰਨਾ ਵਿਰਾਗ ਕੀਤਾ ਹੈ। ਉਹਦੇ ਅਚਰਜ ਕਥਾ ਭਾਈ ਕਹਿ ਨਹੀਂ ਸਕਦੇ। ਚੱਲਿਓ ਬਿਲੋਚਨਾ ਤੇ ਬਹੁ ਰੰਗ। ਗੁਰੂ ਸਾਹਿਬ ਦਾ ਸਰੂਪ ਦੇਖ ਕੇ ਮਾਤਾ ਜੀ ਦੇ ਨੇਤਰਾਂ ਤੋਂ ਤੇ ਚੜ ਬਹੁਤ ਜ਼ਿਆਦਾ ਹੀ ਚੱਲਿਆ ਹੈ। ਸੁਤ ਬਿਰਹਾਲਨ ਜਨ ਕਰ ਸਿਰੰ। ਪੁੱਤਰ ਦੇ ਵਿਛੋੜੇ ਰੂਪੀ ਅੱਗ ਨੂੰ ਮਾਨੋ ਮਾਤਾ ਦਰਸ਼ਨ ਕਰ ਕਰਕੇ ਅੱਜ ਠੰਡਾ ਕਰ ਰਹੀ ਆਪਣੇ ਨੇਤਰਾਂ ਨੂੰ। ਅਸ਼ਰਪਾਤ ਸੋ ਬਸਤਰ ਭਿਗੋਏ। ਮਾਤਾ ਜੀ ਤੇ ਇੰਨਾ ਵਿਰਾਗ ਕੀਤਾ ਹੈ, ਵਿਰਾਗ ਕਰ ਕਰਕੇ ਸਤਿਗੁਰੂ ਜੀ ਦੇ ਵਸਤਰ ਹੀ ਭਿਉਂ ਦਿੱਤੇ ਐ। ਜੋ ਦੇਖਤ ਸੋ ਗਦ ਗਦ ਹੋਏ। ਸੁਲਤਾਨਪੁਰ ਵਿੱਚ ਜਿੰਨੇ ਵੀ ਲੋਕ ਇਹ ਦ੍ਰਿਸ਼ ਦੇਖ ਰਹੇ ਸੀ, ਉਹ ਵੇਖ ਵੇਖ ਕੇ ਉਹਨਾਂ ਦੇ ਗਲ ਰੁਕ ਗਏ। ਸਭ ਦੀਆਂ ਅੱਖਾਂ ਭਰ ਆਈਆਂ ਉਦੋਂ। ਕੌਰੀ ਤੇ ਸੁਤ ਕੋ ਨਹਿ ਤਜਈ। ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਜੱਫੀ ਵਿੱਚੋਂ ਛੱਡ ਹੀ ਨਹੀਂ ਰਹੇ। ਅਧਿਕ ਬਿਰਹੋ ਤੇ ਮਿਲਤ ਨਾ ਰਜਈ। ਬਹੁਤ ਵਿਛੋੜਾ ਸੀ ਪੁੱਤਰ ਦਾ, ਜਿਸ ਕਰਕੇ ਮਾਤਾ ਤੇ ਰਾਜੀ ਨਹੀਂ ਰਹੇ, ਮਿਲ ਕੇ ਛੱਡ ਹੀ ਨਹੀਂ ਰਹੇ। ਬਦਨ ਬਿਲੋਕਤ ਸੁੰਗਤ ਮਾਥਾ। ਸਤਿਗੁਰ ਜੀ ਦਾ ਸੁੰਦਰ ਸਰੂਪ ਮਾਤਾ ਤੱਕਦੀ ਹੈ, ਦੇਖਦੀ ਹੈ
ਮੱਥੇ ਨੂੰ ਚੁੰਮਦੇ ਐ ਮਾਤਾ ਜੀ। ਕਰਤ ਨੇਹ ਸਿਰ ਫੇਰਤ ਹਾਥਾ। ਬਹੁਤਾ ਮੋਹ ਪਿਆਰ ਕਰਦੇ ਹੋਏ ਸਤਿਗੁਰ ਜੀ ਦੇ ਸੀਸ ਉੱਪਰ ਹੱਥ ਫੇਰਦੀ ਹੈ ਮਾਤਾ ਜੀ। ਹੋਤੀ ਬ੍ਰਿਧ ਬਲ ਤੇ ਤਨਹੀਨਾ। ਉਧਰੋਂ ਮਾਤਾ ਜੀ ਦਾ ਜਿਹੜਾ ਸਰੀਰ ਹੈ ਉਹ ਵੀ ਬਿਰਧ ਹੋਇਆ ਪਿਆ ਸੀ ਤੇ ਬਲ ਤੋਂ ਵੀ ਹੀਣਾ ਕਮਜ਼ੋਰ ਹੋ ਗਏ ਸਨ ਅੰਗ ਪੈਰ। ਕੌਣ ਸਮੀਪ ਬੈਸੀ ਸੁਖ ਲੀਨਾ। ਕਿੰਨਾ ਪ੍ਰੇਮ ਕਰਕੇ ਫਿਰ ਕੋਲ ਜੇ ਹੋ ਕੇ ਸਤਿਗੁਰ ਜੀ ਦੇ ਬੈਠ ਗਏ। ਮਾਤਾ ਜੀ ਬੜਾ ਸੁਖ ਲਿਆ ਪੁੱਤਰ ਦਾ ਦਰਸ਼ਨ ਕਰਕੇ। ਜਬ ਕਾਲੁ ਨੈ ਸੁਧ ਇਉ ਪਾਈ। ਇੱਧਰ ਪਿਤਾ ਕਲਿਆਣ ਚੰਦ ਜੀ ਨੇ ਜਦੋਂ ਇਵੇਂ ਖਬਰ ਪਾਈ ਹੈ ਵੈਸਿਓ ਵਹਿਰ ਤਾਤ ਮਮ ਆਈ। ਕਿ ਸਾਡਾ ਸੁਪੁੱਤਰ ਗੁਰੂ ਨਾਨਕ ਸਾਹਿਬ ਤੇਜ ਭਾਨ ਦੇ ਖੂਹ ਦੇ ਉੱਪਰ ਆ ਕੇ ਬੈਠਾ ਹੋਇਆ ਵਾਰ-ਵਾਰ। ਤਤਸ਼ਨ ਜੀਨ ਤੁਰੰਗਨ ਪਾਵਾ। ਉਸੇ ਵੇਲੇ ਜਿਹੜੀ ਕਾਠੀ ਆਪਣੀ ਘੋੜੀ ਦੇ ਉੱਪਰ ਪਾਈ ਹੈ ਵੈ ਅਰੂੜ ਤੂਰਨ ਤਬ ਆਵਾ। ਬੜੀ ਛੇਤੀ ਸਵਾਰ ਹੋ ਕੇ ਘੋੜੀ ਤੇ ਦੌੜਾ ਕੇ ਆਏ ਹੈ ਪਿਤਾ ਜੀ। ਪਿਤਾ ਬਿਲੋਕ ਉੱਠੇ ਦੁਖ ਕੰਦਨਾ। ਗੁਰੂ ਨਾਨਕ ਸਾਹਿਬ ਜੀ ਤੇ ਇੰਨੇ ਨਿਮਰਤਾ ਦੇ ਘਰ ਵੀ ਪਿਤਾ ਜੀ ਆ ਰਹੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਉਸੇ ਵੇਲੇ ਹੀ ਉੱਠ ਖੜੋਤੇ ਹੈ। ਪਦ ਅਰਬਿੰਦ ਕਰਤ ਭੇ ਬੰਦਨਾ। ਪਿਤਾ ਜੀ ਦੇ ਚਰਨ ਕਮਲਾਂ ਉੱਪਰ ਸਤਿਗੁਰ ਜੀ ਨੇ ਮੱਥਾ ਟੇਕਣਾ ਕੀਤਾ। ਬੜਵਾ ਤੇ ਉਤਰਿਓ ਤਤਕਾਲਾ। ਪਿਤਾ ਜੀ ਪੁੱਤਰ ਨੂੰ ਦੇਖ ਕੇ ਬੜੀ ਛੇਤੀ ਘੋੜੀ ਤੋਂ ਉਤਰੇ ਐ। ਘਰ ਸੋ ਲਾਇਓ ਪ੍ਰੇਮ ਵਿਸਾਲਾ। ਇੰਨਾ ਪ੍ਰੇਮ ਕੀਤਾ ਹੈ ਕੰਠ ਨਾਲ ਲਾ ਲਿਆ ਹੈ। ਜਨ ਬਹੁ ਭੂਖੇ ਮਿਲਿਓ ਆਹਾਰਾ। ਮਾਨੋ ਅੱਜ ਤੇ ਉਹ ਗੱਲ ਹੋ ਗਈ ਜਿਵੇਂ ਕਿਸੇ ਭੁੱਖੇ ਨੂੰ ਉਹ ਭੋਜਨ ਮਿਲ ਜਾਵੇ ਉਹ ਬੜਾ ਖੁਸ਼ ਹੁੰਦਾ ਹੈ। ਭੁੱਖਾ ਮੰਗਤ ਜਿਹੜਾ ਖੁਦਿਆ ਮੰਤ ਨਾ ਜਾਣੇ ਲਾਜ ਕੁਲਾਜ ਕੋ ਬੋਲ। ਭੁੱਖੇ ਨੂੰ ਕਿਤੇ ਪ੍ਰਸ਼ਾਦਾ ਮਿਲ ਜਾਵੇ ਉਹਨੂੰ ਕੋਈ ਗੱਲਾਂ ਕਰੇ ਫਿਟਕਾਂ ਪਾਵੇ ਉਹ ਜਾਣਦਾ ਨਹੀਂ ਹੈ। ਉਹ ਤੇ ਆਪਣੀ ਰੋਟੀ ਨਾਲ ਮਤਲਬ ਰੱਖਦਾ ਤੇ ਖੁਸ਼ ਹੋ ਜਾਂਦਾ ਮੇਰਾ ਪੇਟ ਭਰ ਗਿਆ ਹੈ। ਅੱਜ ਦੇ ਪਿਤਾ ਜੀ ਦੀ ਉਹੀ ਉਹ ਹਾਲਤ ਹੋ ਗਈ ਮਾਨੋ ਭੁੱਖੇ ਨੂੰ ਭੋਜਨ ਹੀ ਮਿਲ ਗਿਆ ਹੈ। ਮਰਤਿਓ ਪਿਆਸੇ ਪਾਇਓ ਬਾਰਾ। ਜਿਵੇਂ ਕੋਈ ਮਾਰੂ ਥਲ ਵਿੱਚ ਬੜਾ ਪਿਆਸਾ ਹੀ ਮਰ ਰਿਹਾ ਪਾਣੀ ਖੋਣੋ ਉਹ ਠੰਡਾ ਮਿੱਠਾ ਜਲ ਪਾ ਲਵੇ ਤੇ ਉਹ ਖੁਸ਼ ਹੁੰਦਾ ਹੈ। ਨੀਰ ਵਿਮੋਚਤ ਲੋਚਨ ਦਰ ਤੇ। ਪਿਤਾ ਜੀ ਦੇ ਆ ਨੇਤਰ ਜਿਹੜੇ ਦਰ ਹੈ ਨੇਤਰਾਂ ਦੇ ਦਰ ਰਾਹੀਂ ਬੜਾ ਜਿਹੜਾ ਜਲ ਛੁੱਟ ਰਿਹਾ ਅਥਰੂ ਕੇਰਦੇ ਆ ਪਿਤਾ ਕਲਿਆਣ ਚੰਦ। ਗਦ ਗਦ ਬੋਲਿਓ ਜਾਏ ਨਾ ਘਰ ਤੇ। ਗਲਾ ਤੇ ਗਦ ਗਦ ਹੋ ਗਿਆ ਭਰ ਆਇਆ ਹੈ ਬੋਲਿਆ ਹੀ ਨਹੀਂ ਜਾ ਰਿਹਾ ਗੱਲ ਹੀ ਨਹੀਂ ਹੋ ਰਹੀ। ਅਪਰ ਲੋਕ ਸੁਨ ਕਰ ਬਹੁ ਆਏ। ਹੋਰ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਤੇਜ ਭਾਨ ਦੇ ਖੂਹ ਤੇ ਬੈਠੇ ਹੋਏ ਆ ਪ੍ਰੇਮ ਵਿੱਚ ਭੱਜੇ ਹੋਏ ਬਹੁਤੇ ਨੱਠ ਕੇ ਆਏ ਐ। ਮਿਲੈ ਭਾਉ ਧਰ ਹਰਖ ਬੜਾਏ। ਬਹੁਤਾ ਪ੍ਰੇਮ ਪਿਆਰ ਰੱਖ ਕੇ ਖੁਸ਼ੀ ਵਧਾ ਕੇ ਸਤਿਗੁਰੂ ਜੀ ਨੂੰ ਆਣ ਮਿਲੇ ਐ ਸਾਰੇ। ਬੈਠ ਗਏ ਸਭ ਤਿਸ ਹੀ ਥਾਈ। ਗੁਰੂ ਸਾਹਿਬ ਜੀ ਜਿੱਥੇ ਬੈਠੇ ਹੋਏ ਐ ਉੱਥੇ ਭੀੜ ਲੱਗ ਗਈ ਐ ਸਾਰੇ ਆਣ ਕੇ ਆਸੇ ਪਾਸੇ ਬੈਠ ਗਏ ਐ। ਜਹਾਂ ਦਿਸ ਮਦ ਬੇਦੀ ਕੁਲ ਰਾਈ। ਦੀ ਕੁਲ ਦੇ ਰਾਜਾ ਗੁਰੂ ਨਾਨਕ ਸਾਹਿਬ ਜੀ ਵਿਚਕਾਰ ਬੈਠੇ ਐ। ਚਾਰ ਸ਼ਫੇਰੇ ਸਾਰੇ ਤਲਵੰਡੀ ਨਗਰ ਦੇ ਮਾਈ ਭਾਈ ਬੈਠੇ ਐ। ਦੇਖ ਪ੍ਰੇਮ ਬਹੁ ਕੋਏ ਨਾ ਬੋਲਾ। ਉੱਥੇ ਦੇ ਸਾਰੇ ਵਿਰਾਗ ਕਰ ਰਹੇ ਬਹੁਤਾ ਪ੍ਰੇਮ ਦੇਖ ਕੇ ਕੋਈ ਮਾਈ ਭਾਈ ਨਹੀਂ ਬੋਲਿਆ। ਇੱਕ ਘਟਕਾ ਲਗ ਰਹੇ ਅਡੋਲਾ। ਇੱਕ ਘੜੀ ਤੱਕ ਤੇ ਸਾਰੇ ਅਡੋਲ ਹੀ ਬੈਠੇ ਰਹੇ ਮੂਰਤਾਂ ਹੀ ਬਣ ਕੇ ਬੈਠੀਆਂ ਰਹੀਆਂ ਕਿਸੇ ਨੂੰ ਗੱਲ ਹੀ ਨਹੀਂ ਆਈ। ਤ੍ਰਿਤ ਧਰ ਤ੍ਰਿਪਤਾ ਗਿਰਾ ਉਚਾਰੀ। ਅਖੀਰੀ ਜਿਹੜੇ ਮਾਤਾ ਜੀ ਹੈ ਆਪਣੇ ਹਿਰਦੇ ਵਿੱਚ ਧੀਰਜ ਦਾ ਰੱਖ ਕੇ ਤੇ ਬੋਲੇ ਐ। ਵਾਰ ਵਾਰ ਸੁਤ ਤੋ ਪਰਵਾਰੀ। ਹੇ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਪੁੱਤਰ ਮੈਂ ਤੇ ਤੇਰੇ ਤੋਂ ਵਾਰ ਵਾਰੀ ਜਾਵਾਂ
ਖੰਨੀ ਖੰਨੀ ਹੋ ਜਾਵਾਂ। ਦੋਹਰਾ ਦਰਸ਼ਨ ਦੀਨੋ ਆਨਕ। ਹੇ ਪੁੱਤਰ ਮੇਰੇ ਗੁਰੂ ਨਾਨਕ ਸਾਹਿਬ, ਤੂੰ ਅੱਜ ਮਾਂ ਨੂੰ ਆ ਕੇ ਦਰਸ਼ਨ ਦਿੱਤੇ ਐ। ਮੋਕੋ ਕਿਓ ਨਿਹਾਲ। 12 ਸਾਲ ਬਾਅਦ ਦਰਸ਼ਨ ਦੇ ਕੇ ਮੈਨੂੰ ਮਾਂ ਨੂੰ ਪੁੱਤਰ ਤੂੰ ਸਫਲਾ ਨਿਹਾਲ ਕੀਤਾ ਹੈ। ਇਸ ਬਾਸੁਰ ਤਵ ਹੇਤ ਤੇ। ਰਾਤ ਦਿਨ ਮੈਂ ਤੇਰੇ ਮੋਹ ਪ੍ਰੇਮ ਕਰਕੇ ਪੁੱਤਰ ਜੀ ਚਿੰਤਾ ਤੁਰ ਬੇਹਾਲ। ਚਿੰਤਾ ਨਾਲ ਵਿਆਕਲ ਹੋਈ, ਮੈਂ ਬੇਹਾਲ ਬੁਰੇ ਹਾਲ ਨਾਲ ਰਹਿੰਦੀ ਸਾਂ, ਤੈਨੂੰ ਯਾਦ ਕਰਦੀ ਰਹਿੰਦੀ ਸਾਂ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਰਪ ਕਰੇ ਚਾਤਰਿਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹ ਦਰਸ਼ਨ ਕੀਤਾ ਮਾਤਾ ਜੀ ਨੇ। ਕਹਿੰਦੇ ਪੁੱਤਰ ਮੈਂ ਤੇ ਰਾਤ ਦਿਨ ਤੇਰੇ ਮੋਹ ਵਿੱਚ ਹੀ ਦਾ ਰਹਿੰਦੀ ਸਾਂ, ਬੇਹਾਲ ਚਿੰਤਾ ਨਾਲ ਵਿਆਕਲ। ਅੱਜ 12 ਸਾਲ ਬਾਅਦ ਤੂੰ ਆ ਕੇ ਦਰਸ਼ਨ ਦਿੱਤੇ, ਮੈਂ ਪੁੱਤਰ ਨਿਹਾਲ ਸਫਲ ਹੋ ਗਈ ਹਾਂ, ਮੇਰਾ ਤੇ ਜਨਮ ਹੀ ਧਨ ਹੋ ਗਿਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਜੀ ਨੇ ਜਿਹੜਾ ਹੈ ਸਤਿਗੁਰ ਜੀ ਨਾਲ ਬਚਨ ਵਿਲਾਸ ਕੀਤੇ। ਅੱਗੇ ਜਿਵੇਂ ਸਤਿਗੁਰ ਜੀ ਨਾਲ ਹੋਰ ਬਚਨ ਹੋਣਗੇ, ਗੁਰੂ ਸਾਹਿਬ ਜੀ ਉਪਦੇਸ਼ ਦੇਣਗੇ, ਉਹ ਪ੍ਰਸੰਗ ਅੱਗੇ ਆ ਜਾਣੇ, ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖੇਮਾ, ਵਿਚਾਰਾਂ ਦੀ ਸਮਾਧੀ। ਦਰਸ਼ਨ ਦੀਨੋ ਆਨਕ। ਮੋਕੋ ਕਿਓ ਨਿਹਾਲ। ਨਿਸ ਬਾਸੁਰ ਤਵ ਹੇਤ ਤੇ। ਚਿੰਤਾ ਤੁਰ ਬੇਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।